ਇੱਕ NRI ਉਹ ਹੁੰਦੇ ਨੇ ਜਿਹੜੇ ਬਾਹਰੋਂ ਆ ਕੇ ਆਪਣੀਆਂ ਸੋਨੇ ਨਾਲ ਚਮਕਦੀਆਂ ਉਂਗਲਾਂ ਵਿਖਾ ਵਿਖਾ ਕੇ ਪਿੰਡ 'ਚ ਆਪਣੀ ਸ਼ਾਨ ਦਰਸਾ ਰਹੇ ਹੁੰਦੇ ਨੇ, ਜਿਨ੍ਹਾਂ ਨੂੰ ਇੰਡੀਆ ਦੇ ਲੋਕ ਕੀੜੇ ਮਕੌੜੇ ਤੇ ਇੱਥੋਂ ਦਾ ਸਿਸਟਮ ਬੇਕਾਰ ਲੱਗ ਰਿਹਾ ਹੁੰਦਾ। ਪਰ ਇੱਕ NRI ਵੀਰ ਉਹ ਵੀ ਹੁੰਦੇ ਨੇ ਜੋ ਪੰਜਾਬ ਦੀ ਮਿੱਟੀ ਨੂੰ ਅਟੈਚੀ 'ਚ ਪਾ ਕੇ ਨਾਲ ਲਿਜਾਂਦੇ ਨੇ ਤੇ ਰੋਜ਼ ਉਹਦੀ ਖੁਸ਼ਬੂ ਲੈਂਦੇ ਰਹਿੰਦੇ ਨੇ ਤਾਂ ਜੋ ਕਿਤੇ ਉਹਨਾਂ ਦੇ ਖੂਨ ਨੂੰ, ਉਹਨਾਂ ਦੇ ਸਰੀਰ ਨੂੰ ਇਸ ਖੁਸ਼ਬੂ ਤੋਂ ਬਿਨਾਂ ਰਹਿਣ ਦੀ ਆਦਤ ਨਾ ਹੋ ਜਾਵੇ। ਇਹੋ ਜਿਹਾ ਹੀ ਇੱਕ ਸੱਜਣ ਹੈ ਪਿੰਡ ਹਰਦੋ ਪਰੌਲਾ ਤੋਂ ਬਲਦੇਵ ਸਿੰਘ ਬਾਠ, ਜਿਹਨੇ ਵਿਦੇਸ਼ ਜਾ ਕੇ ਦਾਦੇ ਪੜਦਾਦਿਆਂ ਦਾ ਇਹ ਪਿੰਡ ਯਾਦ ਹੀ ਨਹੀਂ ਰੱਖਿਆ, ਸਗੋਂ ਇਸ ਪਿੰਡ ਨੂੰ ਕੈਨੇਡਾ ਵਰਗਾ ਬਣਾਉਣ ਲਈ ਪੂਰੀ ਵਾਹ ਲਾ ਦਿੱਤੀ। ਸਤਿ ਸ਼੍ਰੀ ਅਕਾਲ ਜੀ। ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਪ੍ਰਾਈਮ ਰਿਪੋਰਟ ਲੈ ਕੇ ਮੈਂ ਕੁਸਮ ਹਾਜ਼ਰ ਹੋ ਚੁੱਕੀ ਹਾਂ ਜੀ। ਪ੍ਰਾਈਮ ਰਿਪੋਰਟ ਦੇ ਤਹਿਤ ਅੱਜ ਅਸੀਂ ਪਹੁੰਚੇ ਹਾਂ ਪਿੰਡ ਹਰਦੋ ਪਰੌਲਾ ਵਿਖੇ। ਇਸ ਪਿੰਡ ਦੀ ਅਸੀਂ ਬਹੁਤ ਚਰਚਾ ਸੁਣੀ ਸੀ ਕਿ ਇਸ ਪਿੰਡ ਦੇ ਵਿੱਚ ਬਹੁਤ ਸਾਰੇ ਜਿਹੜੇ ਵਿਕਾਸ ਦੇ ਕੰਮ ਹੋਏ ਨੇ, ਬਹੁਤ ਸਹੂਲਤਾਂ ਨੇ ਇਸ ਪਿੰਡ ਦੇ ਵਿੱਚ, ਔਰ ਇਸ ਪਿੰਡ ਦੇ ਜਿਹੜੇ NRI ਲੋਕ ਨੇ ਉਹ ਆਪਣਾ ਪੂਰਾ ਯੋਗਦਾਨ ਪਾਉਂਦੇ ਨੇ, ਔਰ ਖਾਸ ਕਰਕੇ ਇਸ ਪਿੰਡ ਦੇ ਜੋ ਬਸੰਤ ਮੋਟਰਸ ਦੇ ਮਾਲਕ ਬਲਦੇਵ ਸਿੰਘ ਬਾਠ ਸਾਹਿਬ ਨੇ ਉਹ ਆਪਣਾ ਬਹੁਤ ਸਾਰਾ ਯੋਗਦਾਨ ਪਾਉਂਦੇ ਨੇ। ਸੋ ਇਸ ਪਿੰਡ ਦੇ ਵਿੱਚ ਕਿਹੜੀਆਂ ਸਹੂਲਤਾਂ ਨੇ, ਇਸ ਪਿੰਡ ਦੇ ਵਿੱਚ ਕਿਹੜੇ ਉਹ ਵਿਕਾਸ ਕੰਮ ਨੇ ਜਿਹੜੇ ਕਿ ਇੱਕ ਆਮ ਪਿੰਡ ਦੇ ਵਿੱਚ ਹੋਣੇ ਚਾਹੀਦੇ ਨੇ ਪਰ ਪਿੰਡਾਂ ਦੇ ਵਿੱਚ ਹੁੰਦੇ ਨਹੀਂ, ਪਰ ਇਸ ਪਿੰਡ ਦੇ ਕੋਲੋਂ ਸਾਰੀਆਂ ਸਹੂਲਤਾਂ ਨੇ ਜੋ ਇੱਕ ਪਿੰਡ ਨੂੰ ਚਾਹੀਦੀਆਂ ਹੁੰਦੀਆਂ ਨੇ। ਸੋ ਇਸ ਪਿੰਡ ਦੀ ਸੈਰ ਤੁਹਾਨੂੰ ਕਰਵਾਉਣੇ ਔਰ ਇੱਥੋਂ ਦੇ ਵਿਕਾਸ ਕਾਰਜ ਤੁਹਾਡੇ ਰੂਬਰੂ ਕਰਦੇ ਹਾਂ ਜੀ। ਸਾਡੇ ਨਾਲ ਪਿੰਡ ਹਰਦੋ ਪਰੌਲਾ ਦੇ ਵਿੱਚ ਹੁਣ ਇੱਥੇ ਬਸੰਤ ਮੋਟਰਸ ਦੇ ਮਾਲਕ ਬਲਦੇਵ ਸਿੰਘ ਬਾਠ ਮੌਜੂਦ ਨੇ, ਜਿਨ੍ਹਾਂ ਨੇ ਪਿੰਡ ਦੇ ਵਿੱਚ ਬਹੁਤ ਸਾਰੇ ਕਾਰਜ ਕਰਵਾਏ ਨੇ, ਬਹੁਤ ਸਾਰੇ ਕੰਮ ਕਰਵਾਏ ਨੇ। ਉਹ ਕਿਹੜੇ ਕੰਮ ਕਰਵਾਏ ਨੇ ਔਰ ਉਹਨਾਂ ਦੇ ਪਿੱਛੇ ਕਰਨ ਦਾ ਕੀ ਮਕਸਦ ਰਿਹਾ, ਕੀ ਸੋਚ ਰਹੀ, ਕੀ ਏਜੰਡਾ ਰਿਹਾ, ਪਿੰਡ ਦੇ ਲੋਕਾਂ ਦਾ ਕਿੰਨਾ ਕੁ ਸਹਿਯੋਗ ਮਿਲਿਆ, ਉੱਧਰਲੇ ਲੋਕਾਂ ਦਾ ਕਿੰਨਾ ਸਹਿਯੋਗ ਮਿਲਿਆ ਔਰ ਇਹਨਾਂ ਦੀ ਆਪਣੀ ਸੋਚ ਇਹਦੇ ਪਿੱਛੇ ਕੀ ਸੀ, ਸਭ ਬਾਰੇ ਅਸੀਂ ਜਾਣਕਾਰੀ ਦੇਵਾਂਗੇ। ਸੋ ਬਲਦੇਵ ਸਿੰਘ ਬਾਠ ਹੋਣਾ ਦਾ ਸਵਾਗਤ ਕਰਦੇ ਹਾਂ। ਬਹੁਤ ਸਵਾਗਤ ਹੈ ਸਰ ਤੁਹਾਡਾ ਪ੍ਰਾਈਮ ਰਿਪੋਰਟ ਦੇ ਵਿੱਚ। ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਮੈਂ ਕਹੂੰਗਾ ਪ੍ਰਾਈਮ ਏਸ਼ੀਆ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਅਤੇ ਜਿਹੜਾ ਤੁਹਾਡਾ ਸਵਾਲ ਹੈਗਾ ਕਿ ਪਿੰਡ ਦੇ ਨਾਲ, ਮੈਂ ਇਸ ਪਿੰਡ ਦੇ ਵਿੱਚ ਆਪਣਾ ਮੇਰੀ ਪੈਦਾਇਸ਼ ਅਤੇ ਮੇਰੀ ਪਰਵਰਿਸ਼ ਮੇਰੇ ਬਾਬਾ ਜੀ ਬਸੰਤ ਸਿੰਘ ਅਤੇ ਦਾਦੀ ਜੀ ਨੇ ਕੀਤੀ ਅਤੇ ਉਹਨਾਂ ਦੇ ਸੰਸਕਾਰ ਜਿਹੜੇ ਉਹ ਮੇਰੇ ਵਿੱਚ ਸਮਾਏ ਹੋਏ ਆ। ਇਹ ਜਿਹੜਾ ਕਾਰੋਬਾਰ ਜੋ ਕੁਛ ਵੀ ਪਿੰਡ ਹੋ ਰਿਹਾ ਆ, ਕੁਛ ਪਿਛਲੇ ਸਮੇਂ ਤੋਂ ਜੋ ਕੁਛ ਹੋਇਆ 2-4 ਸਾਲ ਦੇ ਵਿੱਚ, ਖਾਸ ਕਰਕੇ ਸ਼ਮਸ਼ਾਨ ਘਾਟ, ਬੱਸ ਸਟੈਂਡਸ, ਬਸੰਤ ਬੱਸ ਸਟੈਂਡਸ, ਅਤੇ ਹੁਣ ਅਸੀਂ ਜਿਮ ਬਸੰਤ ਸਟੇਡੀਅਮਸ ਅਤੇ ਸਕੂਲ, ਜੋ ਕੁਛ ਵੀ ਹੋ ਰਿਹਾ ਮੈਨੂੰ ਇਵੇਂ ਲੱਗਦਾ ਕਿ ਮੇਰੇ ਬਾਬਾ ਜੀ ਬਸੰਤ ਸਿੰਘ ਜਿਹੜੇ ਆਪਣੇ ਅਧੂਰੇ ਕਾਰਜ ਛੱਡ ਕੇ ਗਏ ਸੀ ਉਹ ਮੇਰੇ ਵਿੱਚ ਸਮਾ ਕੇ ਅਤੇ ਉਹ ਕਾਰਜ ਕਰਵਾ ਰਹੇ ਆ। ਮੈਂ ਖੁਦ ਨਹੀਂ ਕਰਵਾ ਰਿਹਾ। ਮੈਂ ਇਹ ਕਹੂੰਗਾ ਇਸ ਪਿੰਡ ਦਾ ਸਹਿਯੋਗ ਜਿਹੜਾ ਪੂਰੀ ਤਮਾਮ ਜਿਹੜੇ ਇੱਥੇ ਵਸਨੀਕ ਨੇ ਉਹਨਾਂ ਸਾਰਿਆਂ ਦਾ ਸਹਿਯੋਗ, ਪੰਚਾਇਤ ਦਾ ਸਹਿਯੋਗ ਅਤੇ ਇੱਕ ਸਾਡੀ ਟੀਮ ਆ ਛੋਟੀ ਬਣਾਈ। ਜਦੋਂ ਵੀ ਮੈਂ ਆਉਣਾ ਆ ਮੈਂ ਉਹਨਾਂ ਨੇ ਪਲੇਟਫਾਰਮ ਦਿੰਦੇ, ਉਹਦੇ 'ਤੇ ਅਸੀਂ ਲਾਂਚ ਕਰਦੇ ਹਾਂ। ਇਹ ਅਦਰਵਾਈਜ਼ ਕਦੀ ਵੀ ਇਹ ਕਾਰਜ ਨਹੀਂ ਹੋ ਸਕਦੇ ਅਗਰ ਇਹਨਾਂ ਦਾ ਸਹਿਯੋਗ ਨਾ ਹੋਵੇ। ਪਰ ਇੱਕ ਚੀਜ਼ ਜਿਹੜੀ ਮੇਰੇ ਦਿਮਾਗ ਦੇ ਵਿੱਚ ਆਉਂਦੀ ਆ ਸਰ, ਕਿ ਜਦੋਂ ਇੱਧਰੋਂ ਲੋਕ ਚਲੇ ਜਾਂਦੇ ਨੇ, ਵਿਦੇਸ਼ ਵਿੱਚ ਜਾ ਕੇ ਵਸ ਜਾਂਦੇ ਨੇ, ਪਹਿਲੀ ਗੱਲ ਤਾਂ ਉਹ ਆਪਣੀ ਪੰਜਾਬੀ ਭੁਲਾ ਦਿੰਦੇ ਨੇ, ਦੂਜੀ ਗੱਲ ਉਹ ਆਪਣੇ ਪਿੰਡ ਵਸਾਰ ਦਿੰਦੇ ਨੇ, ਅਤੇ ਤੀਜੀ ਗੱਲ ਜੇ ਉਹਨਾਂ ਕੋਲ 4 ਪੈਸੇ ਆ ਵੀ ਜਾਂਦੇ ਨੇ ਤਾਂ ਉਹਨਾਂ ਦੀ ਸੋਚ ਇਹ ਹੁੰਦੀ ਆ ਵੀ ਅਸੀਂ ਆਪਣੇ ਪਿੰਡ ਆਪਦੀ ਇੱਕ ਵੱਡੀ ਕੋਠੀ ਬਣਾ ਲਈਏ, ਅਸੀਂ ਪਲਾਟ ਲੈ ਲਈਏ, ਅਸੀਂ ਵਧੀਆ ਤਰੀਕੇ ਆਪਣਾ ਵਸਾ ਲਈਏ, ਫਿਰ ਇੱਧਰ ਆ ਕੇ ਉਹ ਮੁੰਦੀਆਂ ਚੈਨੀਆਂ ਪਾ ਕੇ ਸ਼ੋਅ ਆਫ ਕਰਦੇ ਆ, ਹੈ ਨਾ। ਇੱਕ NRI ਤਾਂ ਉਹ ਨੇ, ਇੱਕ ਤੁਸੀਂ ਉਹ ਵੀ ਪਿੰਡ ਦੇ ਵਿੱਚ ਵਿਕਾਸ ਇੰਨਾ ਕਰਨਾ, ਇੰਨਾ ਪੈਸਾ ਲਾਉਣਾ, ਹੈ ਨਾ। ਸੋ ਇਹ ਤੁਹਾਡੀ ਸੋਚ ਇੱਧਰ ਨੂੰ ਕਿਵੇਂ ਵੱਧ ਗਈ? ਇਹ ਦਰਅਸਲ ਇੱਦਾਂ ਹੁੰਦੀ ਆ ਕਿ ਆਲਾ ਦੁਆਲਾ ਜਿਹੜਾ ਤੁਹਾਡੇ ਇਨਵਾਇਰਮੈਂਟ ਆ, ਤੁਸੀਂ ਕਿਹਨਾਂ ਲੋਕਾਂ ਦੇ ਵਿੱਚ ਵਿਚਰ ਰਹੇ ਆ, ਉਹਨਾਂ ਦਾ ਪ੍ਰਭਾਵ ਤੁਹਾਡੀ ਜ਼ਿੰਦਗੀ 'ਤੇ ਬਹੁਤ ਹੁੰਦਾ। ਬਾਕੀ ਇਹ ਜਿਹੜੇ ਆਪਣੇ ਵਡੇਰਿਆਂ ਦੇ ਵਿੱਚੋਂ ਸਾਨੂੰ ਸੰਸਕਾਰ ਮਿਲਦੇ ਆ, ਮੈਨੂੰ ਲੱਗਦਾ ਇਹ ਸਾਰਾ ਉੱਥੋਂ ਆਉਂਦਾ। ਮੇਰੇ ਦਾਦਾ ਜੀ ਬਹੁਤ ਇੱਕ ਐਸੇ ਇਨਸਾਨ ਸੀ ਜਿਨ੍ਹਾਂ ਵਿੱਚ ਆਰਟ ਆਫ ਲਿਵਿੰਗ ਅਤੇ ਆਰਟ ਆਫ ਗਿਵਿੰਗ ਦਾ ਬਹੁਤ ਭਾਰੂ ਵਿਸ਼ਾ ਸੀਗਾ। ਮੇਰੀ ਮਾਤਾ ਜੀ ਇੱਕ ਬਹੁਤ ਹੀ ਸਾਊ ਸੁਭਾਅ ਦੇ ਇਨਸਾਨ, ਮੈਨੂੰ ਤਾਂ ਇਵੇਂ ਲੱਗਦਾ ਇਹ ਦੋਨੇ ਮੇਰੇ ਅੰਦਰ ਵਸੇ ਆ। ਬਾਕੀ ਰਿਹਾ ਕਿ ਅਸੀਂ ਜਦੋਂ ਉੱਥੇ ਗਏ ਹਾਂ ਤਾਂ ਮੈਂ ਇਹ ਜਾ ਕੇ ਦੇਖਿਆ ਕਿ ਮੈਂ ਇੱਕ ਦਿਨ ਆਪਣੀ ਇਸ ਜਨਮ ਭੂਮੀ ਨੂੰ, ਆਪਣੀ ਇਹ ਜਨਮ ਮਾਂ ਨੂੰ ਛੱਡ ਕੇ ਜਦੋਂ ਮੈਂ ਜਹਾਜ਼ ਦੇ ਵਿੱਚ ਚੜ੍ਹ ਕੇ ਵੈਨਕੂਵਰ ਉਤਰਿਆ ਅਤੇ ਮੇਰੀ ਕਰਮ ਦੀ ਮਾਂ ਮੂਹਰੇ ਵਾਹਾਂ ਸਾਰੇ ਖੜੀ ਸੀ ਕਿ ਬੇਟੇ ਆ ਪਹਿਲਾਂ ਤਾਂ ਮੈਂ ਤੈਨੂੰ ਤੰਦਰੁਸਤੀ ਬਖਸ਼ੂੰ, ਬਾਕੀ ਤੂੰ ਆਪਣੀ ਇਮਾਨਦਾਰੀ ਦੇ ਨਾਲ ਆਪਣੀਆਂ ਅਡਾਨਾਂ ਲਾ, ਆਕਾਸ਼ ਨੀਵਾਂ ਲੱਗੂ ਮੈਂ ਤੇਰੇ
ਤੇਰੇ ਲਈ ਆਕਾਸ਼ ਉੱਚਾ ਕਰ ਦੂੰ। ਤੇ ਹੁਣ ਉਸ ਮਾਂ ਦਾ ਹਮੇਸ਼ਾ ਇਹ ਸਵਾਲ ਹੁੰਦਾ, ਜੋ ਮੈਂ ਰੋਟੀ ਦਿੱਤੀ, ਜੋ ਮੈਂ ਰਿਜ਼ਕ ਦਿੱਤਾ, ਆਪਣੀ ਜਨਮ ਵਾਲੀ ਮਾਂ ਦੇ ਬੱਚਿਆਂ ਦੇ ਨਾਲ ਜਾ ਕੇ ਸਾਂਝੀ ਕਰਕੇ ਆਓ। ਅਸੀਂ ਤੇ ਹੁਕਮ ਪਾਲਣਾ ਕਰ ਰਹੇ ਹਾਂ। ਇਵੇਂ ਲੱਗਦਾ ਕਿ ਇਹ ਜਿਹੜਾ ਆ ਸਾਨੂੰ ਮਤਲਬ ਮੈਂ ਦੱਸ ਨਹੀਂ ਸਕਦਾ, ਮੈਂ ਬਿਆਨ ਨਹੀਂ ਕਰ ਸਕਦਾ ਕਿ ਇੱਥੇ ਆ ਕੇ ਇਹ ਬੱਚਿਆਂ ਦੀ ਸਕੂਲਾਂ ਦੇ ਵਿੱਚ ਮੁਹੱਬਤ, ਮੈਨੂੰ ਇਹਨਾਂ ਦੇ ਚਿਹਰੇ ਕਦੀ ਭੁੱਲਦੇ ਹੀ ਨਹੀਂ ਗੇ। ਮੈਂ ਉਹ ਇਨਸਾਨ ਆ ਜਿਹਨੇ ਆਪਣੇ ਬਾਬਾ ਜੀ ਦੇ ਸੁਹਾਗੀ ਛੋਟੀ ਜਿਹੀ ਦੇ ਵਿੱਚ ਉਹਨਾਂ ਦੀਆਂ ਲੱਤਾਂ ਫੜ ਕੇ ਫਲੇ ਵਾਉਂਦਿਆਂ ਤੇ ਇੱਥੋਂ ਜ਼ਿੰਦਗੀ ਸ਼ੁਰੂ ਕੀਤੀ, ਤੇ ਅੱਜ ਅਸੀਂ ਉਹਨੂੰ ਕਿਵੇਂ ਵਿਸਰ ਜਾਈਏ। ਮੈਨੂੰ ਇੰਨੀ ਇਸ ਪਿੰਡ ਦੇ ਵਿੱਚ ਆ ਕੇ ਮਸਤੀ ਆਉਂਦੀ ਆ, ਤੇ ਮੈਂ ਹਮੇਸ਼ਾ ਕਹਿੰਦਾ, ਲੋਕ ਪੁੱਛਦੇ ਆ ਕਿ ਨਾ ਯਾਰ ਤੂੰ ਕਿਤੇ ਫਿਰਨ ਤੋਂ ਨਹੀਂ ਜਾਂਦਾ, ਜਦੋਂ ਆਉਣਾ ਆ ਤੇ ਪਿੰਡ। ਮੈਂ ਕਿਹਾ ਕਿਉਂਕਿ ਮੇਰਾ ਪਿੰਡ ਹੀ ਮੇਰੇ ਲਈ ਤਾਜ ਮਹਿਲ ਆ, ਮੇਰਾ ਪਿੰਡ ਹੀ ਮੇਰੇ ਲਈ ਮੱਕਾ ਆ, ਤੇ ਮੈਂ ਜਾਵਾਂ ਦੱਸੋ ਕਿੱਥੇ ਤੁਹਾਨੂੰ ਛੱਡ ਕੇ। ਸੋ ਜਦੋਂ ਆਉਣਾ ਆ, ਮੇਲੇ ਲੱਗੇ ਰਹਿੰਦੇ ਆ, ਵਧਾਈਆਂ ਪਾਰਟੀਆਂ ਦਿੰਦੇ ਆ, ਮੇਰੇ ਆਉਣ ਦੀਆਂ ਪਾਰਟੀਆਂ ਦਿੰਦੇ ਆ। ਜੋ ਕੁਝ ਵੀ ਹੋ ਰਿਹਾ ਆ ਬਿਆਨ ਕਰਨ ਤੋਂ ਬਹੁਤ ਜ਼ਿਆਦਾ ਹੋ ਰਿਹਾ, ਮਾਲਕ ਕਰ ਰਿਹਾ, ਆਪੇ ਕਰੇ ਕਰਾਵੇ ਆਪ। ਤੇ ਜਦੋਂ ਮੈਂ ਇੱਥੇ ਆਉਣਾ, ਇਹਦੇ ਨਾਲ ਜੁੜੇ ਹੋਏ ਆ। ਤੇ ਅਸੀਂ ਕੌਣ ਹੁੰਦੇ ਆ ਕਰਨ ਵਾਲੇ? ਇਹ ਉਹਦੇ ਕਾਰਜ ਆ, ਟਾਸਕ ਦਿੰਦਾ। ਜਦੋਂ ਅਸੀਂ ਜਨਮ ਦੇ ਨਾਲ ਸਾਡੇ ਉਹ ਟਾਸਕ ਦਿੰਦਾ, ਅਸੀਂ ਉਹ ਟਾਸਕ ਨਹੀਂ ਫੁੱਲਫਿਲ ਕਰਦੇ ਹਾਂ। ਬਸ ਮੇਰਾ ਇੰਨਾ ਕਹਿਣਾ। ਇਹ ਤੁਸੀਂ ਬਹੁਤ ਸੋਹਣੀ ਗੱਲ ਕੀਤੀ ਵੀ ਆਪਣੇ ਪਿੰਡ ਨਾਲ ਪਿਆਰ ਹੋਣਾ ਜ਼ਰੂਰੀ ਆ, ਔਰ ਜਿਨ੍ਹਾਂ ਲੋਕਾਂ ਨਾਲ ਤੁਸੀਂ ਰਹਿੰਦੇ ਹੋ ਉਹ ਤੁਹਾਨੂੰ ਕਿਹੋ ਜਿਹਾ ਹੁਲਾਰਾ ਦਿੰਦੇ, ਕਿਹੋ ਜਿਹਾ ਉਤਸ਼ਾਹ ਦਿੰਦੇ, ਉਹਦੇ ਤੇ ਵੀ ਬਹੁਤ ਕੁਝ ਨਿਰਭਰ ਕਰਦਾ। ਪਰ ਇੱਕ ਚੀਜ਼ ਮੈਨੂੰ ਸਰ ਜ਼ਰੂਰ ਦੱਸੋ ਵੀ ਜਦੋਂ ਮੇਰੇ ਦਿਮਾਗ ਦੇ ਵਿੱਚ ਇਹ ਖਿਆਲ ਆਉਂਦਾ ਹੁੰਦਾ ਵੀ ਜੇ ਤੁਸੀਂ ਇਹ ਜਿਹੜੇ ਤਰੱਕੀ ਕਰਵਾ ਰਹੇ ਹੋ ਪਿੰਡਾਂ ਦੇ ਵਿੱਚ, ਤੁਹਾਨੂੰ ਕੀ ਲੱਗਦਾ ਜਿਹੜੇ ਉੱਧਰੋਂ NRIs ਆਉਂਦੇ ਨੇ ਉਹਨਾਂ ਨੂੰ ਕੀ ਕੀ ਕਰਨਾ ਚਾਹੀਦਾ, ਪਿੰਡਾਂ ਦੇ ਵਿੱਚ ਕੀ ਕੀ ਹੋਣ ਦੀ ਲੋੜ ਆ? ਇਹ ਸਰਕਾਰਾਂ ਤਾਂ ਕਹਿ ਦਿੰਦੀਆਂ ਨੇ ਵੀ ਪਿੰਡਾਂ ਨੂੰ ਅਸੀਂ ਪੈਰਿਸ ਬਣਾ ਦੇਣਾ, ਪਿੰਡਾਂ ਨੂੰ ਅਸੀਂ ਕੈਨੇਡਾ ਬਣਾ ਦੇਣਾ, ਪਰ ਕੰਮ ਨਹੀਂ ਹੁੰਦਾ। ਸੋ NRIs ਜਿਹੜੇ ਨੇ ਉਹ ਆਪਣਾ ਯੋਗਦਾਨ ਕਿਵੇਂ ਪਾ ਸਕਦੇ ਨੇ ਤੇ ਕਿਉਂ ਨਹੀਂ ਪਾਉਂਦੇ? ਮੈਂ ਇਹ ਗੱਲ ਜ਼ਰੂਰ ਕਹੂੰਗਾ ਕਿ ਅਸੀਂ ਹਮੇਸ਼ਾ ਆਪਣੇ ਆਪ ਨੂੰ ਮਨਫੀ ਕਰਦੇ ਹਾਂ ਆਪਣੇ ਫਰਜ਼ਾਂ ਤੋਂ, ਇਹ ਕਹਿੰਦੇ ਹੋਏ ਕਿ ਮੇਰੇ ਕੀਤਿਆਂ ਕੀ ਹੋਣਾ। ਇਹ ਹੋਣਾ ਹੀ ਤੁਹਾਡੇ ਕੀਤਿਆਂ ਆ। ਅਗਰ ਆਪਾਂ ਇਸ ਤਰੀਕੇ ਦੇ ਨਾਲ ਕਰਦੇ ਰਹੇ ਤੇ ਕੁਝ ਵੀ ਹੋਣਾ ਨਹੀਂਗਾ, ਤੁਹਾਡੇ ਕੀਤੇ ਹੀ ਸਭ ਕੁਝ ਹੋਣਾ। ਜੇ ਇੱਥੇ ਇੱਕ ਕਤਰਾ ਕੋਈ ਗਾਰਬੇਜ ਦਾ ਪਿਆ ਮੈਂ ਚੱਕਾਂ, ਮੈਂ ਇਹ ਨਾ ਸੋਚਾਂ ਕਿ ਤੁਸੀਂ ਦੇਖ ਰਹੇ ਆ ਕਿ ਆ ਜਿਹੜੀ ਗਰਾਊਂਡ ਆ, ਇਥੇ ਕੱਲ ਇੱਥੇ ਮੈਚ ਹੁੰਦੇ ਹਟੇ ਆ, ਸਟੇਡੀਅਮ ਦਾ ਉਦਘਾਟਨ, ਇੱਕ ਵੀ ਤੁਸੀਂ ਪੀਸ ਪੇਪਰ ਦਾ ਥੱਲੇ ਡਿੱਗਿਆ ਦੇਖੋ। ਇਹ ਗੱਲ ਜਿਹੜੀ ਆ, ਅਸੀਂ ਆਉਨੇ ਆ, ਮੇਰੀ ਇਹ ਬੇਨਤੀ ਆ, ਅਸੀਂ ਆ ਕੇ ਆਪਣੇ ਪਿੰਡਾਂ ਦੇ ਵਿੱਚ ਇਵੇਂ ਨਹੀਂ ਵੀ 2 ਪੇਟੀਆਂ ਸ਼ਰਾਬ ਦੀਆਂ ਲਈਏ, ਨਾਲੇ ਆਪ ਟਿੱਕੀ ਹੋਈਏ ਨਾਲੇ ਦੂਜਿਆਂ ਨੂੰ ਟਿੱਕੀ ਕਰੀਏ। ਇਹ ਸਿਧਾਂਤ ਨਹੀਂ, ਇਹ ਬਾਬੇ ਨੇ ਨਹੀਂ ਕਿਹਾ। ਬਾਬੇ ਨੇ ਤੇ ਕਿਹਾ ਕਿਰਤ ਕਰ, ਨਾਮ ਜਪ, ਵੰਡ ਛਕ, ਬਸ ਜੋ ਹੈਗਾ ਆ ਉਹਦਾ ਆ। ਮੇਰਾ ਤਾਂ ਇਹ ਦਿਲ ਕਰਦਾ ਹੁੰਦਾ ਕਿ ਮੈਂ ਇੱਥੇ ਆਇਆ ਆ, ਕਿਤੇ ਮੈਂ ਦਿਲ ਕੱਢ ਕੇ ਤੇ ਇਹਨਾਂ ਦੇ ਮੂਹਰੇ ਰੱਖ ਕੇ ਚੱਲ ਜਾਵਾਂ ਤਾਂ ਮੇਰੀ ਜ਼ਿੰਦਗੀ ਜਿਹੜੀ ਉਹ ਪੂਰੀ ਆ। ਬਾਕੀ ਮੈਂ ਜਿਹੜਾ ਪੁੱਛਿਆ ਸੀ ਵੀ NRIs ਨੂੰ ਕੀ ਕਰਨਾ ਚਾਹੀਦਾ ਵੀ ਜੋ ਨਹੀਂ ਕਰਦੇ, ਉਹਨਾਂ ਨੂੰ ਮੈਂ ਤਾਂ ਇਹ ਕਹੂੰਗਾ ਕਿ ਆਪਣੇ ਹਰੇਕ ਨਗਰ ਦੇ ਵਿੱਚ ਇੱਕ, ਅਸੀਂ ਪਿਛਲੀ ਵਾਰੀ ਆਇਆ, ਇੱਕ ਭਾਈ ਕਨਈਆ ਸੰਸਥਾ ਦੀ ਸਥਾਪਨਾ ਕੀਤੀ। ਉਹਦੇ ਵਿੱਚ 5 ਬੇਟੀਆਂ ਜਿਹੜੀਆਂ ਮੈਂਬਰ ਆ, ਉਹ ਭਾਈ ਕਨਈਆ ਦੇ ਵਿੱਚ ਫੰਡਸ ਪਏ ਆ। ਉਹ ਫੰਡਸ ਜਿਹੜੇ ਸਾਡੇ ਜ਼ਰੂਰਤਮੰਦਾਂ ਨੂੰ, ਕੋਈ ਕਹਿੰਦਾ ਕਿ ਮੈਨੂੰ ਦਵਾਈ ਚਾਹੀਦੀ, ਮੈਨੂੰ ਕੈਂਸਰ, ਮੈਨੂੰ ਉਹਦੀ ਦਵਾਈ ਦਿਓ, ਕੋਈ ਕਹਿੰਦਾ ਮੈਨੂੰ ਆਰਟੀਫਿਸ਼ੀਅਲ ਲਿੰਬ ਲਵਾਉਣਾ, ਕੋਈ ਕਹਿੰਦਾ ਮੇਰਾ ਬੱਚੇ ਨੂੰ ਸਕੂਲ ਜਾ ਰਿਹਾ ਫੀਸ ਨਹੀਂਗੀ। ਉਹ ਜਿਹੜੀ ਭਾਈ ਕਨਈਆ ਟਰੱਸਟ ਆ, ਸਾਡੇ ਲਈ ਆਪਰੇਟਿੰਗ ਇੰਨਾ ਸੌਖਾ ਹੋ ਗਿਆ ਕਿ ਉਹਦੇ ਵਿੱਚ ਐਪਲੀਕੇਸ਼ਨ ਆਉਂਦੀ ਆ ਤਾਂ ਉਹ ਜਿਹੜਾ ਟਰੱਸਟ ਆ ਉਹ ਆਪਣੇ ਆਪ ਇਹ ਕੰਮ ਕਰੀ ਜਾਂਦਾ। ਮੈਂ ਇਹ ਕਹੂੰਗਾ ਕਿ ਸਾਰੇ NRI ਆਪਣੇ ਆਪਣੇ ਪਿੰਡਾਂ ਦੇ ਵਿੱਚ ਆਪਣੀ ਜ਼ਿੰਮੇਵਾਰੀ ਲਈਏ। ਮਾਲਕ ਨੇ ਆਪਾਂ ਨੂੰ ਰੋਟੀ ਰਿਜ਼ਕ ਦਿੱਤਾ, ਤੁਸੀਂ ਜਿਵੇਂ ਵੱਸ ਰਹੇ ਆ ਬਾਹਰ, ਤੁਸੀਂ ਦੇਖ ਰਹੇ ਹੋਗੇ ਮੇਰੇ ਮਕਾਨ ਨੂੰ, ਮੇਰੇ ਪਿਤਾ ਜੀ ਦਾ ਮਕਾਨ ਬਣਾਇਆ ਤੇ ਮੈਂ ਤਾਂ ਉਹਨੂੰ ਰੋਗ ਨਹੀਂ ਕਰਵਾ ਸਕਿਆ। ਹੋਰ ਮੈਂ ਕੁਛ ਇੱਥੇ ਆ ਕੇ, ਨਾ ਮੇਰੇ ਕੋਲ ਕੋਈ ਗੱਡੀ ਆ, ਨਾ ਮੇਰੇ ਕੋਲ ਕੋਈ ਚੀਜ਼ ਆ, ਕਿਉਂਕਿ ਇਹਨਾਂ ਲੋਕਾਂ ਦਾ ਪਿਆਰ ਮੈਂ ਉਹਦੇ ਤੇ ਕੁਰਬਾਨ ਹੋਣ ਲਈ ਆਇਆ, ਨਾ ਕਿ ਮੈਂ ਆਪਣਾ ਐਸ਼ੋ ਆਰਾਮ ਕਰਨ ਲਈ ਆਇਆ। ਸੋ ਮੇਰਾ ਇਹਨਾਂ ਦੇ ਨਾਲ ਇੰਨਾ ਜੁੜਿਆ ਹੈ। ਜਿਹੜੇ ਤੁਸੀਂ ਟਰਸਟ ਦੀ ਗੱਲ ਕੀਤੀ, ਮੈਂ ਇੱਥੇ ਇਹ ਵੇਖ ਕੇ ਬਹੁਤ ਖੁਸ਼ ਹੋਈ ਵੀ ਉਸ ਟਰਸਟ ਦੇ ਨਾਲ ਨੌਜਵਾਨ ਕੁੜੀਆਂ ਵੀ ਜੁੜੀਆਂ ਹੋਈਆਂ ਨੇ। ਉਹਨਾਂ ਨੇ ਮੈਨੂੰ ਇਹ ਕਿਹਾ ਵੀ ਅਸੀਂ ਉਹਦੀ ਉਸ ਟਰਸਟ ਦੀਆਂ ਮੈਂਬਰ ਹਾਂ, ਔਰ ਅਸੀਂ ਇੱਥੋਂ ਜਿਹੜੇ ਵੀ ਵਿਦਿਆਰਥੀ ਨੂੰ ਲੋੜ ਹੁੰਦੀ ਹੈ, ਜਿਹੜੀ ਵੀ ਕਿਸੇ ਨੂੰ ਲੋੜ ਹੁੰਦੀ ਹੈ, ਅਸੀਂ ਉਹ ਪੂਰੀ ਕਰਦੇ ਹਾਂ। ਸੋ ਮੈਂ ਚਾਹੁੰਦੀ ਹਾਂ ਵੀ ਤੁਸੀਂ ਉਹਨਾਂ ਕੁੜੀਆਂ ਨਾਲ ਵੀ ਸਾਨੂੰ ਮਿਲਾਓ, ਤੇ ਜਿਹੜੇ ਇਸ ਪਿੰਡ ਦੇ ਵਿੱਚ ਤੁਸੀਂ ਕਾਰਜ ਕਰਵਾਏ ਨੇ ਉਹਨਾਂ ਤੇ ਵੀ ਸਾਡੀ ਝਾਤ ਮਰਵਾਓ। ਸੋ ਚੱਲੀਏ ਜੀ ਪਿੰਡ ਦੀ ਸੈਰ ਤੇ। ਬਿਲਕੁਲ, ਮੈਂ ਬਹੁਤ ਵਧੀਆ ਹੋਇਆ ਕਿ ਤੁਸੀਂ ਆਪਣਾ ਵਕਤ ਨਿਕਾਲਿਆ, ਤੇ ਮੈਂ ਵੀ ਚਾਹੁੰਦਾ ਸੀ ਵੀ ਜੋ ਸਾਡੇ ਪਿੰਡ ਦੀ ਖੁਸ਼ਹਾਲੀ ਹੈ, ਜੋ ਪ੍ਰਾਪਤੀਆਂ ਪਿਛਲੇ ਸਮੇਂ ਦੇ ਵਿੱਚ ਪੰਚਾਇਤਾਂ ਨੇ ਤੇ ਸਾਰਿਆਂ ਨੇ ਰਲ ਮਿਲ ਕੇ ਜੋ ਪ੍ਰਾਪਤੀਆਂ, ਤੇ ਆਪਾਂ ਇੱਕ ਝਲਕ ਮਾਰੀਏ ਉਹਨਾਂ ਦੇ ਉੱਤੇ, ਤੇ ਬਹੁਤ ਚੰਗਾ ਲੱਗੂਗਾ। ਬਹੁਤ ਵਧੀਆ। ਆਓ ਫਿਰ ਤੁਹਾਨੂੰ ਵੀ ਲੈ ਚੱਲੀਏ ਜੀ ਪਿੰਡ ਹਰਦੋ ਫਰਾਲਾ ਦੀ ਸੈਰ ਤੇ।
ਹਰਦੋਫਰਾਲਾ ਦੇ ਸਰਕਾਰੀ ਹਾਈ ਸਕੂਲ ਦੇ ਵਿੱਚ ਖੜੇ ਆ ਔਰ ਇੱਥੇ ਜਦੋਂ ਅਸੀਂ ਪਹੁੰਚੇ ਤਾਂ ਬੱਚਿਆਂ ਵਿੱਚ ਬਹੁਤ ਉਤਸ਼ਾਹ ਵੇਖਣ ਨੂੰ ਮਿਲਿਆ। ਉਹਨਾਂ ਨੇ ਜੋ ਨਾਅਰੇ ਲਗਾਏ ਉਹਨਾਂ ਨੂੰ ਸੁਣ ਕੇ ਜ਼ਿੰਦਗੀ ਨਾਲ ਸੱਚੀ ਪਿਆਰ ਹੋ ਗਿਆ। ਤੇ ਇੱਥੇ ਕੁਝ ਬੱਚੇ ਸਾਡੇ ਨਾਲ ਨੇ ਕਿਉਂਕਿ ਜਦੋਂ ਅਸੀਂ ਇਸ ਸਕੂਲ ਦੇ ਵਿੱਚ ਆਏ ਆ ਤਾਂ ਇੱਕ ਹੋਰ ਹੀ ਮਾਹੌਲ ਵੇਖਣ ਨੂੰ ਮਿਲਿਆ ਜੋ ਆਮ ਸਰਕਾਰੀ ਹਾਈ ਸਕੂਲਾਂ ਦੇ ਵਿੱਚ ਹੁੰਦਾ ਉਹ ਜਿਹਾ ਕੁਝ ਵੀ ਨਹੀਂ ਸੀਗਾ। ਇੱਥੋਂ ਦੇ ਬੱਚੇ ਬਹੁਤ ਉਤਸ਼ਾਹਿਤ ਸੀ ਔਰ ਇੱਥੇ ਜਿਹੜੇ ਇਹਨਾਂ ਨੇ ਨਾਅਰੇ ਲਗਾਏ ਨੇ ਉਸ ਤੋਂ ਬਾਅਦ ਜੇ ਥੋੜਾ ਜਿਹਾ ਅੱਗੇ ਵਜੋਂ ਅਸੀਂ ਵਧੇ ਆ ਤਾਂ ਇੱਥੇ ਇੱਕ ਗੋਲ ਗੱਪਿਆਂ ਦੀ ਰੇਹੜੀ ਲੱਗੀ ਹੋਈ ਸੀ ਜਿਹਦੇ ਆਲੇ ਦੁਆਲੇ ਬੱਚੇ ਜਿਹੜੇ ਆ ਉਹ ਜਮ੍ਹਾਂ ਹੋਏ ਸੀਗੇ। ਸੋ ਇੱਥੇ ਕੁਝ ਬੱਚਿਆਂ ਨੂੰ ਅਸੀਂ ਪੁੱਛਦੇ ਆ ਵੀ ਇਹ ਸਾਰਾ ਜਿਹੜਾ ਇੰਤਜ਼ਾਮ ਆ ਇਹ ਕਿਵੇਂ ਹੋਇਆ। ਹਾਂਜੀ, ਕੀ ਨਾਮ ਆ ਜੀ ਤੁਹਾਡਾ? ਮੇਰਾ ਨਾਮ ਮਨਵੀਰ ਕੌਰ ਹੈ। ਤੇ ਇਹ ਤੁਸੀਂ ਇੱਥੋਂ ਦੇ ਇਸੇ ਸਕੂਲ ਦੇ ਵਿਦਿਆਰਥੀ? ਹਾਂਜੀ। ਅੱਛਾ, ਤੇ ਇਹ ਜਿਹੜੀ ਗੋਲ ਗੱਪਿਆਂ ਦੀ ਰੇਹੜੀ ਲੱਗੀ ਆ ਇਹ ਕਿਹਨੇ ਲਗਵਾਈ ਆ, ਕਿਵੇਂ ਇਸ ਸਕੂਲ ਦੇ ਵਿੱਚ ਆ ਗਈ? ਇਹ ਰੇੜੀ ਬਲਦੇਵ ਸਿੰਘ ਅੰਕਲ ਨੇ ਲਗਵਾਈ ਹੈ। ਤੇ ਤੁਸੀਂ ਬਲਦੇਵ ਅੰਕਲ ਦਾ ਫਿਰ ਥੈਂਕ ਯੂ ਕਰਨਾ ਚਾਹੁੰਦੇ ਹੋ? ਹਾਂਜੀ। ਕਿਵੇਂ ਕਰਨਾ ਚਾਹੁੰਦੇ ਹੋ? ਜੀ ਨਾਰੇ ਲਗਾ ਕੇ। ਕਿਵੇਂ? ਜ਼ਿੰਦਗੀ ਜਿੰਦਾਬਾਦ, ਜ਼ਿੰਦਗੀ ਜਿੰਦਾਬਾਦ, ਵੀ ਲਵ ਯੂ, ਵੀ ਲਵ ਯੂ, ਜ਼ਿੰਦਗੀ ਜਿੰਦਾਬਾਦ, ਜ਼ਿੰਦਗੀ ਜਿੰਦਾਬਾਦ। ਬਹੁਤ ਬਹੁਤ ਸ਼ੁਕਰੀਆ। ਸੋ ਇਹ ਤਾਂ ਤੁਸੀਂ ਬੱਚਿਆਂ ਦਾ ਉਤਸ਼ਾਹ ਵੇਖ ਲਿਆ ਤੇ ਉਹਨਾਂ ਦਾ ਬਲਦੇਵ ਬਾਠ ਜੀ ਪ੍ਰਤੀ ਪਿਆਰ ਵੇਖ ਲਿਆ। ਹੁਣ ਅੱਗੇ ਹੋਰ ਇਸ ਪਿੰਡ ਦੇ ਵਿੱਚ ਕੀ ਉਹਨਾਂ ਨੇ ਨਵਾਂ ਕਰਵਾਇਆ ਹੈ ਉਹ ਵੀ ਅਸੀਂ ਜਾਣਾਂਗੇ ਤੇ ਹੋਰ ਜਿੰਨੇ ਵੀ ਲੋਕ ਨੇ ਉਹਨਾਂ ਲਈ ਕੀ ਕੀਤਾ ਤੇ ਉਹ ਕਿੰਨਾ ਕੁ ਪਿਆਰ ਕਰਦੇ ਨੇ ਉਹ ਵੀ ਤੁਹਾਨੂੰ ਜ਼ਰੂਰ ਵਿਖਾਵਾਂਗੇ ਜੀ। ਪਿੰਡ ਦੇ ਸਕੂਲ ਤੋਂ ਬਾਅਦ ਅਸੀਂ ਪਿੰਡ ਦੇ ਸ਼ਮਸ਼ਾਨ ਘਾਟ ਦੇ ਵਿੱਚ ਪਹੁੰਚੇ ਹਾਂ, ਪਿੰਡ ਹਰਦੋਫਰਾਲਾ ਦੇ ਸ਼ਮਸ਼ਾਨ ਘਾਟ ਦੇ ਵਿੱਚ। ਔਰ ਅਸੀਂ ਇੱਥੇ ਵੇਖਿਆ ਕਿ ਬਹੁਤ ਵਧੀਆ ਤਰੀਕੇ ਇੱਥੇ ਜਿਹੜਾ ਇਹ ਪ੍ਰਬੰਧਨ ਕੀਤਾ ਗਿਆ ਸ਼ਮਸ਼ਾਨ ਘਾਟ ਦਾ। ਸਫਾਈ ਵੀ ਬਹੁਤ ਵਧੀਆ ਤਰੀਕੇ ਇੱਥੇ ਰੱਖੀ ਜਾਂਦੀ ਹੈ ਔਰ ਜਿੰਨੀ ਹਰਿਆਲੀ ਇੱਥੇ ਵੇਖਣ ਨੂੰ ਮਿਲਦੀ ਹੈ ਉਹ ਸ਼ਾਇਦ ਹੀ ਕਿਸੇ ਪਿੰਡ ਦੇ ਸ਼ਮਸ਼ਾਨ ਘਾਟ 'ਚ ਵੇਖਣ ਨੂੰ ਮਿਲੇ। ਸੋ ਇੱਥੇ ਇੱਕ ਸਰਦਾਰ ਜੀ ਜਿਹੜਾ ਆਪ ਦੀ ਜ਼ਿੰਮੇਵਾਰੀ ਨਿਭਾ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਜਸਵੰਤ ਸਿੰਘ ਜੀ। ਤੇ ਇੱਥੇ ਜਿਹੜਾ ਇਹ ਸ਼ਮਸ਼ਾਨ ਘਾਟ ਦਾ ਪੂਰਾ ਪ੍ਰਬੰਧਨ ਆ ਇਹ ਕਿਹਨੇ ਕਰਵਾਇਆ ਹੈ ਤੇ ਤੁਸੀਂ ਇੱਥੇ ਕੀ ਸੇਵਾ ਨਿਭਾਉਂਦੇ ਹੋ ਜੀ? ਇੱਥੇ ਇਹ ਸਰਦਾਰ ਬਲਦੇਵ ਸਿੰਘ ਬਾਠ ਕੈਨੇਡਾ ਨਿਵਾਸੀ ਬਸੰਤ ਮੋਟਰ ਵਾਲਿਆਂ ਨੇ ਇਹ ਬਣਾ ਕੇ ਦਿੱਤਾ ਸਾਨੂੰ ਸ਼ਮਸ਼ਾਨ ਘਾਟ ਤੇ ਉਹ ਸਾਨੂੰ ਪੀਣ ਵਾਲੇ ਪਾਣੀ ਦਾ ਪ੍ਰਬੰਧ ਵੀ ਕਰਕੇ ਦਿੱਤਾ। ਵਾਤਾਵਰਨ ਨੂੰ ਹਰਾ ਭਰਾ ਰੱਖਣ ਲਈ ਇੱਥੇ ਸਾਨੂੰ ਬੂਟੇ ਲਵਾ ਕੇ ਦਿੱਤੇ ਇਹਨਾਂ ਨੇ। ਹੋਰ ਵੀ ਜੋ ਸਾਨੂੰ ਲੋੜ ਹੁੰਦੀ ਹੈ ਇੱਥੇ ਉਹ ਸਾਨੂੰ ਲੋੜ ਸਾਡੀ ਪੂਰੀ ਕਰਦੇ ਹੈ। ਤੁਸੀਂ ਇੱਥੇ ਕੀ ਕਰਦੇ ਹੋ? ਮੈਂ ਇੱਥੇ ਸਫਾਈ ਕਰਦਾ ਹੁੰਦਾ ਜਾ ਕੇ। ਅੱਛਾ ਜੀ। ਹਾਂਜੀ। ਤੇ ਤੁਹਾਨੂੰ ਕੀ ਲੱਗਦਾ ਵੀ ਜਿਹੜੇ ਬਾਕੀ ਪਿੰਡਾਂ ਦੇ ਜਿਹੜੇ ਐਨਆਰਆਈਜ਼ ਨੇ ਉਹ ਜਿਹੜੇ ਆਪਦੇ ਪਿੰਡਾਂ ਦਾ ਸ਼ਾਇਦ ਇਦਾਂ ਦਾ ਪ੍ਰਬੰਧਨ ਨਹੀਂ ਕਰਦੇ ਹੋਣੇ ਜਿੰਨਾ ਬਲਦੇਵ ਸਿੰਘ ਜੀ ਕਰਦੇ ਨੇ? ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ? ਇਹ ਦੇਖੋ ਸਾਰਿਆਂ ਨੂੰ ਫਰਜ਼ ਆਪਣਾ ਆਪਣਾ ਬਣਦਾ। ਮੈਂ ਸੁਣਿਆ ਸੀ ਇੱਕ ਦਿਨ ਇਹਨਾਂ ਦੇ ਕਹਿੰਦੇ ਸੀਗੇ ਅਸੀਂ ਆਪਣਾ ਪੰਜਾਬ ਨੂੰ ਸਵਰਗ ਬਣਾਉਣਾ, ਉਹ ਦੂਸਰੇ ਪਾਸੇ ਕਹਿ ਰਹੇ ਸੀ ਆਪਣਾ ਪਿੰਡ ਸਵਰਗ ਬਣਾ ਲਈਏ ਅਸੀਂ ਸਾਰਾ ਪੰਜਾਬ ਸਵਰਗ ਬਣ ਜਾਊਗਾ। ਹਾਂਜੀ, ਬਹੁਤ ਸੋਹਣੀ ਗੱਲ ਕੀਤੀ ਇਹਨਾਂ ਨੇ ਕਿ ਜੇ ਪਿੰਡ ਸਵਰਗ ਬਣ ਗਿਆ ਤੇ ਪੰਜਾਬ ਆਪਣੇ ਆਪ ਸਵਰਗ ਬਣ ਜਾਣਾ। ਤੇ ਸਵਰਗ ਬਣਨ ਦੀ ਰਾਹ ਤੇ ਜੇ ਅਸੀਂ ਸ਼ੁਰੂਆਤ ਕਰਾਂਗੇ ਤਾਂ ਹੀ ਅੱਗੇ ਸਾਡੇ ਨਾਲ ਕਦਮ ਜੁੜਨਗੇ। ਗੱਲਾਂ ਨਾਲ ਪੰਜਾਬ ਸਵਰਗ ਨਹੀਂ ਬਣਨਾ। ਤਾਸ਼ ਖੇਡਦੇ ਸੀ। ਹਾਂ, ਤਾਸ਼ ਖੇਡਣ ਨਾਲ ਬਾਜੀ ਲਾ ਲਈਏ, ਟਾਈਮ ਪਾਸ ਹੋ ਜਾਂਦਾ ਨਾਲੇ। ਹਾਂ,
ਹਾਂਜੀ ਵਾਹ ਕੋਈ ਨਹੀਂ ਉਹਨੇ ਆਹ ਬਾਜੀ ਲਾ ਕੇ ਹਾਂ ਪਿੰਡ ਹਰਦੋਪੁਰਾਲਾ ਦੇ ਵਿੱਚ ਅਸੀਂ ਇੱਥੇ ਦੇ ਬੱਸ ਸਟੈਂਡ ਦੇ ਕੋਲ ਪਹੁੰਚੇ ਹਾਂ ਤੇ ਇੱਥੇ ਜੋ ਸਾਨੂੰ ਨਜ਼ਾਰਾ ਵੇਖਣ ਨੂੰ ਮਿਲਿਆ ਉਹ ਇਹ ਸੀ ਕਿ ਬੋਰਡ ਦੇ ਥੱਲੇ ਬਾਬਿਆਂ ਦੀ ਸੱਥ ਲੱਗੀ ਹੋਈ ਹੈ ਤੇ ਇੱਥੇ ਤਾਸ਼ ਦੀ ਬਾਜ਼ੀ ਚੱਲ ਰਹੀ ਸੀ। ਇਹ ਜਿਹੜਾ ਨਜ਼ਾਰਾ ਇਹ ਵੀ ਸਾਡੇ ਪਿੰਡਾਂ ਦੇ ਵਿੱਚ ਹੁਣ ਗੁਆਚਦਾ ਜਾ ਰਿਹਾ ਹੈ। ਇੱਕ ਤਾਂ ਅਸੀਂ ਦਰਖਤ ਵੀ ਵੱਢੀ ਜਾਂਦੇ ਹਾਂ, ਨਾ ਦਰਖਤ ਰਹੇ ਨੇ, ਨਾ ਸੱਥਾਂ ਰਹੀਆਂ ਨੇ, ਨਾ ਪੁਰਾਣੇ ਬਾਬੇ ਤੇ ਨਾ ਇਹ ਬਾਜ਼ੀਆਂ ਦੇਖਣ ਨੂੰ ਮਿਲਦੀਆਂ ਨੇ। ਪਰ ਇੱਥੇ ਜਦੋਂ ਇਹ ਨਜ਼ਾਰਾ ਸਾਨੂੰ ਵੇਖਣ ਨੂੰ ਮਿਲਿਆ ਤਾਂ ਹੋ ਹੀ ਨਹੀਂ ਸਕਦਾ ਸੀ ਕਿ ਅਸੀਂ ਇੱਥੇ ਨਾ ਰੁਕਦੇ। ਸੋ ਅਸੀਂ ਇੱਥੇ ਰੁਕੇ ਇਹਨਾਂ ਨਾਲ ਗੱਲਬਾਤ ਕਰਨ ਦੇ ਲਈ। ਸਾਡੇ ਨਾਲ ਮੌਜੂਦ ਨੇ ਇੱਥੇ ਇੱਕ ਬਾਬਾ ਜੀ, ਉਹਨਾਂ ਨੂੰ ਪੁੱਛਦੇ ਹਾਂ। ਹਾਂਜੀ, ਕੀ ਨਾਮ ਜੀ ਤੁਹਾਡਾ? ਜਰਨੈਲ ਸਿੰਘ ਹੈ ਜੀ। ਤੇ ਤੁਸੀਂ ਸਰ ਇਸੇ ਪਿੰਡ ਦੇ ਵਸਨੀਕ ਹੋ? ਹਾਂਜੀ, ਇੱਥੇ ਦੇ ਹੀ ਆ ਜੀ। ਤੇ ਇਹ ਜਿਹੜੀ ਕਿਹੜੀ ਬਾਜ਼ੀ ਚੱਲ ਰਹੀ ਹੈ ਇਹ ਵੀ ਦੱਸ ਦਿਓ ਹੁਣ ਸਾਨੂੰ। ਇਹ ਸੀਪ ਚੱਲਦੀ ਆ ਜੀ, ਸੀਪ ਦੀ ਗਿਆ। ਅੱਛਾ, ਸੀਪ ਦੀ ਬਾਜ਼ੀ ਚੱਲਦੀ ਆ। ਤੇ ਜੇ ਇੱਥੋਂ ਦੇ ਬੱਸ ਸਟੈਂਡ ਦੀ ਗੱਲ ਕਰੀਏ ਤਾਂ ਬਹੁਤ ਘੱਟ ਪਿੰਡ ਨੇ ਵੀ ਜਿੱਥੇ ਬੱਸ ਸਟੈਂਡ ਬਣੇ ਹੋਣ ਔਰ ਇੰਨਾ ਵਧੀਆ ਤਰੀਕੇ ਉਹਨੂੰ ਪ੍ਰਬੰਧਨ ਕੀਤਾ ਹੋਵੇ। ਸੋ ਇਹਦੇ ਪਿੱਛੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਕੀ ਕਿਹਦੀ ਜ਼ਿੰਮੇਵਾਰੀ ਆ, ਕਿਹਦੀ ਸੇਵਾ? ਇਹ ਇਦਾਂ ਜੀ, ਸਾਡੇ ਪਿੰਡ ਦੇ ਹੀ ਆ, ਕੈਨੇਡਾ ਗਏ ਉਹ ਸਰਦਾਰ ਬਲਦੇਵ ਸਿੰਘ ਬਾਠ ਬਸੰਤ ਮੋਟਰ ਵਾਲੇ, ਉਹਨਾਂ ਦੀ ਦੇਣ ਆ ਜੀ। ਸਭ ਕੁਝ ਉਹਨੇ ਬਣਾਇਆ ਪਿੰਡ ਦਾ। ਬਾਕੀ ਇਦਾਂ ਵੀ ਇੰਗਲੈਂਡ ਕੈਨੇਡਾ ਤਾਂ ਹੋਰ ਵੀ ਬਹੁਤ ਗਏ ਆ, ਪਰ ਦਾਨੀ ਕੋਈ ਹੁੰਦਾ ਜੀ। ਤੇ ਬਹੁਤ ਵਧੀਆ ਸੋਚ ਆ ਇਹਨਾਂ ਦੀ, ਪਿੰਡ ਵਾਸਤੇ ਬਹੁਤ ਬਣਾਉਂਦੇ ਆ। ਜਾਣੀ ਇਹ ਜੋ ਮਤਲਬ ਸਾਨੂੰ ਚਾਹੀਦਾ ਹੈ ਅਜੇ ਕਹਿਣ ਦੀ ਦੇ ਰਿਹਾ, ਉਦੋਂ ਲੈ ਕੇ ਦੇ ਦਿੰਦੇ ਸਾਨੂੰ। ਹਾਂਜੀ, ਤੇ ਬਾਕੀ ਇਦਾਂ ਅਸੀਂ ਇੱਥੇ ਮੌਜਾਂ ਲਈਦੀਆਂ, ਕੱਪੜੇ ਧੋਤੋਂ ਮਿਲਦੇ ਸਾਨੂੰ, ਬਾਕੀ ਰੋਟੀ ਵਧੀਆ ਮਿਲਦੀ ਆ। ਵਿਹਲਾ ਟਾਈਮ ਇੱਥੇ ਗੁਜ਼ਾਰੀਦਾ ਬੈਠਿਆਂ ਜੀ। ਅੱਛਾ, ਤੇ ਜੇ ਹੁਣ ਤਾਂ ਅਸੀਂ ਦੇਖ ਰਹੇ ਸੀ ਬਾਬਾ ਜੀ ਨੂੰ ਘਰੋਂ ਫੋਨ ਆਈ ਜਾਂਦਾ ਸੀਗਾ ਤੇ ਉਹ ਤਾਂ ਵੀ ਨਹੀਂ ਸੀ ਜਾਂਦੇ, ਤੇ ਮਤਲਬ ਫਿਰ ਤੁਸੀਂ ਸਾਰਾ ਦਿਨ ਇੱਥੇ ਹੀ ਰਹਿੰਦੇ ਹੋ? ਹਾਂਜੀ, ਅਸੀਂ ਬਾਜੀ ਛੱਡ ਕੇ ਨਹੀਂ ਜਾਈਦਾ, ਭਾਵੇਂ ਸਾਨੂੰ ਪ੍ਰਾਹੁਣਾ ਆਇਆ ਹੋਵੇ ਤਾਂ ਵੀ ਨਹੀਂ ਜਾਂਦੇ, ਅਸੀਂ ਜਾਂਦੇ ਤਾਂ ਵੀ ਨਹੀਂ ਅਸੀਂ ਤਾਂ। ਹਾਂਜੀ, ਤੁਸੀਂ ਤਾਂ ਉਹ ਮੈਨੂੰ ਨਾ ਯਾਦ ਕਰਾਤੀ। ਇੱਕ ਨਾਨੀ ਸਾਡੀ ਸੁਣਾਉਂਦੀ ਹੁੰਦੀ ਕਹਾਵਤ ਵੀ, ਸਾਡੇ ਪਿੰਡ ਇੱਕ ਬੁੜਾ ਸੀ ਤੇ ਉਹਦੇ ਜਦੋਂ ਘਰ ਵਾਲੀ ਦੀ ਮੌਤ ਵੀ ਹੋ ਗਈ ਤਾਂ ਕਹਿੰਦਾ ਵੀ ਤੁਸੀਂ ਸਿਵਿਆਂ ਤੱਕ ਪਹੁੰਚੋ ਤਾਂ ਮੈਂ ਬਾਜੀ ਲਾ ਕੇ ਆ। ਬਾਜੀ ਲੈ ਕੇ, ਬਿਲਕੁਲ ਸਹੀ ਗੱਲ ਹੈ ਉਹੀ ਜੀ। ਗੱਲ ਹੋਈ ਫਿਰ। ਬਾਜੀ ਵਿਚਾਲੇ ਛੱਡ ਕੇ ਨਹੀਂ ਉੱਠਦੇ ਜੀ ਅਸੀਂ, ਤਾਂ ਕੋਈ ਵੀ ਹੋ ਜਾਵੇ ਗੱਲ ਜੀ। ਬਿਲਕੁਲ ਠੀਕ ਹੈ ਜੀ। ਸੋ ਤੁਹਾਡੇ ਪਿੰਡ ਦਾ ਇੰਨਾ ਵਿਕਾਸ ਹੋਇਆ, ਸੋ ਤੁਹਾਨੂੰ ਇਸ ਪਿੰਡ ਦੇ ਵਸਨੀਕ ਹੋਣ ਤੇ ਮਾਣ ਤਾਂ ਜ਼ਰੂਰ ਮਹਿਸੂਸ ਹੁੰਦਾ? ਬਿਲਕੁਲ ਜੀ, ਬਿਲਕੁਲ ਬਹੁਤ ਵਧੀਆ ਪਿੰਡ ਆ ਸਾਡਾ। ਬਾਕੀ ਜੋ ਨਗਰ ਸਾਡਾ ਆਮ ਨਗਰਾਂ ਨਾਲੋਂ ਵਧੀਆ ਹੈ ਜੀ, ਕੋਈ ਇੱਥੇ ਮਤਭੇਦ ਨਹੀਂ। ਪੰਚਾਇਤ ਦਾ ਵੀ ਇੱਕ ਜੋੜਿਆ, ਸਭ ਕੁਝ ਇਕੱਠੇ ਆ। ਤੇ ਬਾਕੀ ਇਹ ਸਰਦਾਰ ਬਲਦੇਵ ਸਿੰਘ ਦਾ ਸਭ ਤੋਂ ਜ਼ਿਆਦਾ ਜਾਨੀ ਇਹ ਆ ਜੀ ਵੀ ਬਹੁਤ ਪਿੰਡ ਲਈ ਕਰਦੇ ਆ, ਇਹ ਬਾਹਲਾ ਹੀ ਕਰਦੇ ਆ। ਹਾਂਜੀ, ਸੋ ਅਸੀਂ ਕਿਸੇ ਵੀ ਚੌਂਕ ਤੇ ਰੁਕ ਜਾਈਏ, ਕਿਸੇ ਵੀ ਨੁੱਕਰ ਤੇ ਖੜੇ ਹੋ ਜਾਈਏ, ਕਿਸੇ ਨਾਲ ਵੀ ਮਿਲੀਏ ਤਾਂ ਉਹਨਾਂ ਦੀ ਜ਼ੁਬਾਨ ਤੇ ਇੱਕੋ ਹੀ ਨਾਮ ਹੈ, ਸਰਦਾਰ ਬਲਦੇਵ ਸਿੰਘ ਬਾਠ ਬਸੰਤ ਮੋਟਰਸ ਵਾਲੇ। ਸੋ ਉਹਨਾਂ ਨੇ, ਕਿਉਂਕਿ ਤਾਰੀਫ ਵੀ ਉਹਨਾਂ ਲੋਕਾਂ ਦੀ ਹੁੰਦੀ ਆ, ਸਲਾਇਆ ਵੀ ਉਹਨਾਂ ਲੋਕਾਂ ਨੂੰ ਜਾਂਦਾ ਵੀ ਜਿਨ੍ਹਾਂ ਨੇ ਆਪਣੇ ਪਿੰਡ ਦੇ ਲਈ ਕੁਝ ਕੀਤਾ ਹੋਵੇ। ਨਹੀਂ ਤਾਂ ਬਹੁਤ ਸਾਰੇ ਐਨਆਰਆਈਜ਼ ਨੇ ਵੀ ਜਿਹੜੇ ਆਪਣੀਆਂ ਕੋਠੀਆਂ ਭਰ ਕੇ, ਆਪਣੀਆਂ ਕੋਠੀਆਂ ਦੇ ਵਿੱਚ ਦਾਣੇ ਭਰ ਕੇ, ਆਪਣੇ ਪਲਾਟ ਬਣਾ ਕੇ ਤੇ ਮੁੜ ਜਾਂਦੇ ਨੇ, ਪਰ ਪਿੰਡ ਲਈ ਕੁਝ ਨਹੀਂ ਕਰਦੇ। ਇੱਧਰ ਆਇਓ ਜੀ, ਇੱਕ ਮਿੰਟ ਇੱਧਰ ਆਇਓ। ਕਿੱਥੋਂ ਆਏ ਹੋ ਬਾਬਿਓ? ਹਾਂਜੀ ਆ ਪਰੌਲੇ ਤੋਂ ਜੀ। ਅੱਛਾ, ਤੇ ਕਿੱਧਰ ਨੂੰ ਚੱਲੇ ਆ? ਕੁੱਕੜ ਪਿੰਡ ਚੱਲੇ। ਮਗਰ ਕਾਹਦਾ ਬੋਰਾ ਚੁੰਗਿਆ? ਇਹ ਦਾਣੇ ਆ ਜੀ। ਅੱਛਾ, ਪਸਾਉਣ ਚੱਲੇ ਹੋ? ਹਾਂਜੀ ਅੱਛਾ ਅੱਛਾ। ਤੇ ਤੁਸੀਂ ਥੋੜਾ ਜਿਹਾ ਹਰਦੋਪੁਰਾਲਾ ਪਿੰਡ ਬਾਰੇ ਦੱਸੋ ਵੀ ਤੁਹਾਡਾ ਪਿੰਡ ਕਿੰਨੀ ਬਹੁਤ ਕਹਿੰਦੇ ਤਰੱਕੀ ਕਰ ਰਿਹਾ ਆ, ਤੇ ਇਹਦੇ ਪਿੱਛੇ ਕੀ ਸਭ ਕੁਝ ਹੋ ਰਿਹਾ ਹੈ, ਤੇ ਤੁਸੀਂ ਸੰਤੁਸ਼ਟ ਹੋ ਪਿੰਡ ਦੀ ਤਰੱਕੀ ਤੋਂ? ਬਹੁਤ ਖੁਸ਼ ਹਾਂ ਜੀ, ਬਹੁਤ ਖੁਸ਼ ਹਾਂ। ਸਾਡੇ ਇੱਕ ਬੇਟਾ ਰਾਜਾ ਜਨਕ ਆ ਗਿਆ। ਵਾਹ ਬਈ ਵਾਹ, ਬਾਠ ਸਾਹਿਬ ਜੀ ਆ ਗਏ ਸਾਡੇ ਨਗਰ ਨੂੰ ਤਾਰਨਾ। ਉਹਦੀਆਂ ਸੰਗਤਾਂ ਵੀ ਖੜੀਆਂ ਆ। ਅਸੀਂ ਉਹਨਾਂ ਤੋਂ ਬਹੁਤ ਬਹੁਤ ਉਹਨਾਂ ਦੇ ਧੰਨਵਾਦੀ ਹਾਂ, ਜਿਨੀ ਕਿ ਸਾਡੇ ਪਿੰਡ ਦੀ ਡਿਵੈਲਪਮੈਂਟ ਤਰੱਕੀ ਕੀਤੀ ਆ। ਬਹੁਤ ਅਸੀਂ ਖੁਸ਼ ਹਾਂ। ਨਹੀਂ, ਕੀ ਕੀਤੀ ਡਿਵੈਲਪਮੈਂਟ? ਹਾਂ, ਬਹੁਤ ਜ਼ਿਆਦਾ। ਸਕੂਲ ਕੀ ਬਾਰੇ ਨਹੀਂ, ਦੁਬਾਰਾ ਬੋਲ ਕੇ ਦਿਖਾਓ ਕੀ ਕੀਤੀ। ਉਹ ਵੀ ਇਦਾਂ ਕਹਿਣਾ ਵਾਰ-ਵਾਰ ਨਹੀਂ ਹੁੰਦਾ, ਵਾਰ-ਵਾਰ ਨਾ। ਮੈਂ ਕਿਹਾ ਵੀ ਇਹ ਬਾਬੇ ਅੰਗਰੇਜ਼ੀ ਵੀ ਸਿੱਖਦੇ ਆ। ਨਹੀਂ ਨਹੀਂ, ਮੈਂ ਕਿਹਾ ਸ਼ਾਇਦ ਵੀ ਬਲਦੇਵ ਬਾਠ ਸਾਹਿਬ ਬਾਹਰੋਂ ਆ ਕੇ ਅੰਗਰੇਜ਼ੀ ਵੀ ਸਿਖਾਉਂਦੇ ਹੋਣ।
ਨਹੀਂ ਸਿਖਾਉਂਦੇ ਤਾਂ ਹੈਗੇ ਆ, ਇੰਨੀ ਨਹੀਂ ਆਉਂਦੀ ਅਸੀਂ ਇੰਡੀਆ ਅੰਗਰੇਜ਼ੀ ਅੱਛਾ ਤੁਸੀਂ ਪਿੰਡ ਬਾਰੇ ਗੱਲ ਕਰਨ ਲੱਗੇ। ਹਾਂ ਪਿੰਡ ਬਾਰੇ ਇਦਾਂ ਹੈ, ਸਟੇਡੀਅਮ ਬਣਾਇਆ ਬਾਠ ਸਾਹਿਬ ਨੇ ਸਾਡੇ, ਸਟੇਡੀਅਮ ਬਣਾਇਆ, ਕਬਰਸਤਾਨ ਨੂੰ ਵੀ ਪੈਸੇ ਦਿੱਤੇ 17 ਲੱਖ ਰੁਪਈਆ, 23 ਲੱਖ ਰੁਪਈਆ ਸਟੇਡੀਅਮ ਨੂੰ ਦਿੱਤਾ, ਫਿਰ ਕੈਂਸਰ ਕੈਂਪ ਲਵਾਇਆ। ਇਸ ਤਰ੍ਹਾਂ ਬੱਚਿਆਂ ਨੂੰ ਸਕੂਲਾਂ 'ਚ ਇਨਾਮ ਦਿੱਤੇ, ਜਿਹੜੇ ਬਈ ਪਹਿਲੇ ਨੰਬਰਾਂ ਤੇ ਆਉਂਦੇ, ਉਤਸ਼ਾਹ ਦਿੱਤਾ ਬੱਚਿਆਂ ਨੂੰ ਵੀ ਬੱਚੇ ਗਾਂਹ ਤੋਂ ਗਾਂਹ ਤਰੱਕੀ ਕਰਨ ਪੜ੍ਹਾਈ ਦੇ ਵਿੱਚ। ਸਾਡੀ ਪੰਚਾਇਤ ਗ੍ਰਾਮ ਪੰਚਾਇਤ ਨੂੰ ਵੀ ਉਤਸ਼ਾਹ ਦਿੱਤਾ, ਉਹਨਾਂ ਦੇ ਨਾਲ ਵੀ ਮਦਦ ਕੀਤੀ। ਹੋਰ ਧਾਰਮਿਕ ਸਥਾਨਾਂ 'ਤੇ ਵੀ ਇਹ ਬਹੁਤ ਵਧੀਆ ਤਰੀਕੇ ਨਾਲ ਬਣਾਉਣ ਲਈ ਕਿਹਾ ਵੀ ਅਸੀਂ ਵੀ ਉਧਰ ਮਦਦ ਕਰਾਂਗੇ, ਇਹਨਾਂ ਨੂੰ ਬਣਾਓ। ਤੇ ਤੁਸੀਂ ਜਿਹੜੀ ਵੀ ਪਿੰਡ ਦੀ ਤਰੱਕੀ ਹੋ ਰਹੀ ਹੈ ਜਾਂ ਜੋ ਬਾਠ ਸਾਹਿਬ ਕਰ ਰਹੇ ਨੇ ਉਹਦੇ ਤੋਂ ਸੰਤੁਸ਼ਟ ਹੋ ਜੀ? ਮੈਂ ਕਿਹਾ ਬੇਟਾ ਬਹੁਤ ਖੁਸ਼ ਹਾਂ, ਇਦੋਂ ਪਰੇ ਸਾਰਾ ਨਗਰ ਖੁਸ਼ ਆ, ਸਾਰਾ ਨਗਰ ਇਹਨਾਂ ਨੂੰ ਵਧਾਈਆਂ ਦੇ ਰਿਹਾ, ਵਧਾਈ ਦੇ ਪਾਤਰ ਆ ਇਹ। ਹਾਂ ਚਲੋ ਬਹੁਤ ਬਹੁਤ ਸ਼ੁਕਰੀਆ ਜੀ, ਜਿਹੜੀ ਤੁਸੀਂ ਗੱਲ ਕੀਤੀ ਵੀ ਰਾਜਾ ਜਨਕ ਆ ਗਿਆ, ਉਹ ਤੁਸੀਂ ਬਹੁਤ ਸੋਹਣੀ ਤਾਰੀਫ ਕੀਤੀ ਆ। ਤੇ ਹੁਣ ਮੈਂ ਕਿਹਾ ਦਾਣੇ ਗਿੱਲੇ ਨਾ ਹੋ ਜਾਣ, ਮੀਂਹ ਪਈ ਜਾਂਦਾ, ਤੁਸੀਂ ਫਿਰ ਹੈ ਤੁਸੀਂ ਪਿਸਾ ਲਿਆਓ, ਹੋਰ ਮੁੜ ਕੇ ਬੀਬੀ ਤੋਂ ਗਾਲਾਂ ਪੈਣ। ਆਹ ਚਲੋ ਗਾਲਾਂ ਦਾ ਵੀ ਚੰਗਾ। ਡਰ। ਹਾਂਜੀ ਅੰਕਲ ਕੀ ਨਾਮ ਆ ਤੁਹਾਡਾ? ਗੁਰਦੇਵ ਸਿੰਘ ਅੱਛਾ ਤੇ ਪੱਠੇ ਲੈ ਕੇ ਆ ਰਹੇ ਹੋ? ਪੱਠੇ ਲੈ ਕੇ ਆ ਇਹ ਕੀ ਆ ਐਟਸਟਾ ਚਟਾਲਾ ਕੀ? ਇਹ ਚਟਾਲਾ ਆ ਜੀ। ਅੱਛਾ ਠੀਕ ਆ। ਤੇ ਅੱਜ ਤਾਂ ਮੀਂਹ ਪਈ ਜਾਂਦਾ, ਫਿਰ ਔਖਾ ਨਹੀਂ ਹੁੰਦਾ ਗਾ? ਇਹ ਪਸ਼ੂਆਂ ਦਾ ਪੱਠੇ ਖਾਣੇ ਹੀ ਆ, ਭਾਵੇਂ ਕਿੰਨਾ ਮਰਜ਼ੀ ਮੀਂਹ ਪਈ ਜਾਵੇ। ਦੇਖੋ ਇਹ ਵੀ ਸਾਡੀ ਵਿਰਾਸਤ ਆ, ਵੀ ਸਾਡਾ ਵਿਰਸਾ ਆ, ਵੀ ਹੁਣ ਜਿਹੜੇ ਨਵੇਂ ਮੁੰਡੇ ਨੇ ਉਹ ਮੋਟਰਸਾਈਕਲਾਂ ਤੇ ਪੱਠੇ ਲਿਆਉਂਦੇ ਨੇ, ਸਾਰਾ ਕੁਝ ਕਰ ਲੈਂਦੇ, ਤੇ ਹੱਲੇ ਵੀ ਇਹ ਗੱਡੇ ਤੇ ਲਿਆਉਂਦੇ ਨੇ ਹਨਾ। ਤਾਂ ਬਲੈਚ 'ਚ ਵੀ ਰਿਹਾ ਤਾਂ ਆ ਕੇ ਫੇਰ ਪੱਠੇ ਫੜਦਾ ਆ, ਪਰ ਮੈਂ ਨਹੀਂ ਇਹ ਗੱਲ ਨੂੰ ਸਮਝਿਆ, ਮੈਂ ਪੂਰੀ ਖੇਤੀ ਕਰਦਾ ਆ। ਠੀਕ ਆ। ਤੇ ਅੰਕਲ ਜਿਹੜੇ ਅਸੀਂ ਦੇਖ ਰਹੇ ਆ ਵੀ ਪਿੰਡ ਦਾ ਤੁਹਾਡੇ ਦਾ ਵਿਕਾਸ ਆ, ਜਿਹੜਾ ਤੁਹਾਡੀ ਪਿੰਡ ਦੀ ਉੱਨਤੀ ਆ ਹੋ ਰਹੀ ਆ, ਉਹ ਬਹੁਤ ਵਧੀਆ ਤਰੀਕੇ ਹੋ ਰਹੀ ਇਹ ਆ। ਬਹੁਤ ਵਧੀਆ ਜੀ, ਜੋ NRI ਬਲਦੇਵ ਸਿੰਘ ਕਰਾ ਰਿਹਾ ਉਹ ਬਹੁਤ ਉੱਚੇ ਲੈਵਲ ਤੇ ਕਰਾ ਰਿਹਾ, ਗਰੀਬਾਂ ਨੂੰ ਵੀ ਪੈਸੇ ਦੇ ਰਿਹਾ, ਤੇ ਹੋਰ ਵੀ ਪਿੰਡ ਦੇ ਜਿਹੜੇ ਸਟੇਡੀਅਮ ਬਣਾਇਆ, ਪਿੰਡ ਦੇ ਅਧੂਰੇ ਕੰਮ ਸੀ ਉਹ ਸਾਰੇ ਇਹਨੇ ਆ ਕੇ ਸਾਰੇ ਦੇਖਦਾ, ਹਰ ਸਾਲ ਬਾਅਦ ਆਉਂਦਾ, ਤੇ ਸਾਲ ਬਾਅਦ ਆ ਕੇ ਜਿਹੜੇ ਵੀ ਕੰਮ ਕਰਨ ਵਾਲੇ ਆ ਸਾਰੇ ਕਰਦਾ ਆ, ਤੇ ਗਰੀਬਾਂ ਵਾਸਤੇ ਵੀ ਬਹੁਤ ਕੁਝ ਕਰ ਰਿਹਾ ਆ। ਤੇ ਤੁਸੀਂ ਇਸ ਪਿੰਡ ਦੀ ਤਰੱਕੀ ਤੋਂ ਜਾਂ ਜੋ ਕੁਝ ਇਹ ਕਰਵਾ ਰਹੇ ਨੇ ਉਹਦੇ ਤੋਂ ਸੰਤੁਸ਼ਟ? ਬਿਲਕੁਲ ਸੰਤੋਖ ਆ ਜੀ, ਬਿਲਕੁਲ ਖੁਸ਼ ਹਾਂ ਅਸੀਂ, ਸਾਡਾ ਪਿੰਡ ਹੀ ਸਾਰਾ ਖੁਸ਼ ਵਾ, ਸਾਡਾ ਨਗਰ ਹੀ ਸਾਰਾ ਖੁਸ਼ ਵਾ ਬਲਦੇਵ ਸਿੰਘ ਬਾਠ ਦੇ ਉੱਤੇ। ਬਹੁਤ ਬਹੁਤ ਸ਼ੁਕਰੀਆ ਜੀ, ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ। ਹੁਣ ਤੁਸੀਂ ਲੈ ਜਾਓ ਇਹਨੂੰ, ਹਵੇਲੀ ਲੈ ਕੇ ਚੱਲੇ ਆ? ਹਵੇਲੀ ਦੀ ਜਾ ਕੇ ਪੱਠੇ ਕੁਤਰ ਕੇ ਪਸ਼ੂਆਂ ਨੂੰ ਪਾ ਦੇ। ਚਲੋ ਠੀਕ ਹੈ ਜੀ, ਤੁਸੀਂ ਚਲੋ ਆਪਣੇ ਕੰਮੇ।
ਜਦੋਂ ਪਿੰਡ ਦੀ ਦੇਖ-ਰੇਖ ਦੀ ਗੱਲ ਆਉਂਦੀ ਆ ਤਾਂ ਪਿੰਡ ਤੇ ਸਿਰਫ ਪੈਸਾ ਲਾ ਦੇਣਾ ਹੀ ਬਹੁਤ ਕੁਝ ਨਹੀਂ ਹੁੰਦਾ। ਪਿੰਡ ਦਾ ਪ੍ਰਬੰਧਨ ਕਰਨਾ, ਪਿੰਡ ਦੀ ਦੇਖ-ਰੇਖ ਕਰਨੀ, ਪਿੰਡ ਦੇ ਲੋਕਾਂ ਦੀਆਂ ਜੋ ਕਮੀਆਂ ਪੇਸ਼ੀਆਂ ਨੇ ਉਹਨਾਂ ਨੂੰ ਪੁੱਛ ਕੇ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਪੂਰਾ ਕਰਨਾ, ਉਹਦਾ ਜ਼ਿੰਮਾ ਜਿਹਦੇ ਸਿਰ ਤੇ ਹੁੰਦਾ ਉਹ ਜੀ ਹੁੰਦਾ ਪਿੰਡ ਦਾ ਸਰਪੰਚ। ਤੇ ਮੈਨੂੰ ਇੱਥੇ ਜਾਣ ਕੇ ਬਹੁਤ ਖੁਸ਼ੀ ਹੋਈ ਕਿ ਇਸ ਪਿੰਡ ਦੇ ਜੋ ਸਰਪੰਚ ਨੇ ਉਹ ਇੱਕ ਔਰਤ ਨੇ। ਸੋ ਇਹ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਵੀ ਉਹਨਾਂ ਦਾ ਇਸ ਪਿੰਡ ਦੇ ਵਿੱਚ ਕੀ ਕੀ ਯੋਗਦਾਨ ਆ ਤੇ ਕਿਹੜੀਆਂ-ਕਿਹੜੀਆਂ ਹੋਰ ਕਮੀਆਂ ਜਿਹੜੀਆਂ ਨੇ ਉਹਨਾਂ ਨੂੰ ਪੂਰਾ ਕਰਨ ਦੇ ਲਈ ਉਹ ਅੱਗੇ ਜਿਹੜਾ ਕੰਮ ਕਰ ਰਹੇ ਨੇ। ਸੋ ਆ ਚੱਲਦੇ ਹਾਂ ਸਰਪੰਚ ਸਾਹਿਬ ਦੇ ਘਰ। ਸਾਡੇ ਨਾਲ ਪਿੰਡ ਹਰਦੋਪਰੌਲਾ ਦੇ ਸਰਪੰਚ ਸਾਹਿਬਾ ਮੌਜੂਦ ਨੇ ਜਿਨ੍ਹਾਂ ਦਾ ਨਾਮ ਸਤਿਆ ਦੇਵੀ ਹੈ। ਸੋ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਮੈਮ, ਤੁਸੀਂ ਕੀ ਕਹਿਣਾ ਚਾਹੋਗੇ ਕਿ ਜੋ ਪਿੰਡ ਦੇ ਵਿੱਚ ਤਰੱਕੀ ਹੋ ਰਹੀ ਹੈ, ਜੋ ਉન્નਤੀ ਹੋ ਰਹੀ ਹੈ, ਜੋ ਕੰਮ ਹੋ ਰਿਹਾ, ਉਹਦੇ ਵਿੱਚ ਤੁਹਾਡਾ ਕੌਣ-ਕੌਣ ਯੋਗਦਾਨ ਦਿੰਦਾ ਹੈ ਤੇ ਤੁਸੀਂ ਆਪਣੀ ਜਿਹੜੀ ਇਸ ਪਿੰਡ ਦੀ ਦੇਖ-ਰੇਖ ਆ ਉਹਦੇ ਵਿੱਚ ਤੁਹਾਡਾ ਕੀ ਯੋਗਦਾਨ ਹੈ? ਸਾਨੂੰ ਸਾਰੇ ਯੋਗਦਾਨ ਦਿੰਦੇ। ਪਿੰਡ ਦੇ ਵਿੱਚ ਬੁਲਾਇਆ, ਬਾਹਰੋਂ ਬੁਲਾਤੀ ਭਾਜੀ ਹੁਣੀ ਆਏ ਆ NRI ਵਾਲੇ, ਸਾਨੂੰ ਉਹ ਵੀ ਬਹੁਤ ਜਾਣਕਾਰੀ ਦਿੰਦੇ ਆ। ਅਸੀਂ ਉਹ ਜਿੱਦਾਂ ਵੀ ਕਹਿੰਦੇ ਅਸੀਂ ਉਸ ਤਰ੍ਹਾਂ ਕਰਦੇ ਆ। ਠੀਕ ਹੈ ਜੀ। ਹਾਂਜੀ। ਪਰ ਇੱਥੇ ਮੈਨੂੰ ਇਹ ਦੇਖ ਕੇ ਬਹੁਤ ਖੁਸ਼ੀ ਹੋਈ ਵੀ ਤੁਸੀਂ ਇੱਕ ਔਰਤ ਸਰਪੰਚ ਹੋ, ਹੈ ਨਾ। ਬਹੁਤ ਘੱਟ ਪਿੰਡ ਨੇ ਵੀ ਜਿੱਥੇ ਔਰਤ ਸਰਪੰਚਾਂ ਨੇ। ਸੋ ਇੱਕ ਔਰਤ ਸਰਪੰਚ ਹੋਣ ਦੇ ਨਾਤੇ ਤੁਹਾਨੂੰ ਕਿਹੋ ਜਿਹਾ ਮਹਿਸੂਸ ਹੁੰਦਾ? ਸਾਨੂੰ ਬਹੁਤ ਅੱਛਾ ਮਹਿਸੂਸ ਹੁੰਦਾ ਆ। ਸਾਨੂੰ ਸਾਰੇ ਬਹੁਤ ਅੱਛਾ ਕਰਦੇ ਆ। ਅਸੀਂ ਵੀ ਸਾਰਿਆਂ ਦਾ ਧੰਨਵਾਦ ਕਰਦੇ ਆ। ਹਾਂਜੀ, ਬਹੁਤ ਬਹੁਤ ਸ਼ੁਕਰੀਆ ਜੀ। ਪਿੰਡ ਹਰਦੋਪਰੌਲਾ ਦੇ ਵਿੱਚ ਜਿੰਨੀ ਵੀ ਅਸੀਂ ਸੈਰ ਕੀਤੀ, ਜਿਨ੍ਹਾਂ ਨਾਲ ਵੀ ਅਸੀਂ ਗੱਲਬਾਤ ਕੀਤੀ, ਜੋ ਕੁਝ ਇੱਥੇ ਅਸੀਂ ਬਣਿਆ ਵੇਖਿਆ, ਬਹੁਤ ਕੁਝ ਇਹੋ ਜਿਹਾ ਸੀ ਜਿਹਦੇ ਤੇ ਮਾਣ ਕੀਤਾ ਜਾ ਸਕੇ, ਜਿਹਦੇ ਤੋਂ ਪ੍ਰੇਰਣਾ ਲਈ ਜਾ ਸਕੇ, ਜਿਹਦੇ ਤੋਂ ਸਿੱਖਿਆ ਜਾ ਸਕੇ। ਸੋ ਹੁਣ ਸਾਡੇ ਨਾਲ ਇੱਥੇ ਇੱਕ ਸੁਸਾਇਟੀ ਬਣੀ ਹੋਈ ਹੈ। ਇੱਥੇ ਇੱਕ ਭਾਈ ਕਨਈਆ NRI ਵੈਲਫੇਅਰ ਸੁਸਾਇਟੀ ਬਣੀ ਹੋਈ ਹੈ ਜਿਹਨੂੰ 4 ਕੁੜੀਆਂ ਮਿਲ ਕੇ ਚਲਾ ਰਹੀਆਂ ਨੇ। ਇਹ ਵੀ ਖੁਸ਼ੀ ਦੀ ਗੱਲ ਹੈ। ਇੱਕ ਹੋਰ ਪ੍ਰੇਰਣਾਦਾਇਕ ਸਾਨੂੰ ਚੀਜ਼ ਮਿਲੀ ਹੈ। ਸੋ ਇਹਨਾਂ ਕੁੜੀਆਂ ਨਾਲ ਗੱਲਬਾਤ ਕਰਦੇ ਹਾਂ ਵੀ ਇਹ ਜਿਹੜੀ ਸੁਸਾਇਟੀ ਹੈ ਇਹ ਕਿਵੇਂ ਬਣੀ ਜਾਂ ਇਹਦਾ ਮਕਸਦ ਕੀ ਹੈ ਤੇ ਇਹਦੇ ਕੰਮ ਕੀ ਨੇ। ਹਾਂਜੀ, ਤੁਹਾਡਾ ਨਾਮ ਕੀ ਹੈ ਜੀ? ਮੇਰਾ ਨਾਮ ਰਜਵਿੰਦਰ ਆ ਜੀ। ਰਜਵਿੰਦਰ ਜੀ, ਇਹ ਜਿਹੜੀ ਸੁਸਾਇਟੀ ਆ ਇਹ ਕਦੋਂ ਬਣੀ ਆ, ਕਿਹਦੇ ਸਹਿਯੋਗ ਨਾਲ ਬਣੀ, ਕੀ ਸੋਚ ਕੇ ਬਣਾਈ ਸੀ ਤੇ ਹੁਣ ਕਿਹੜੇ-ਕਿਹੜੇ ਕੰਮ ਕਰ ਰਹੀ ਹੈ? ਇਹ ਜੋ ਸੰਸਥਾ ਆ ਇਹ ਬੀਤੇ ਸਾਲ ਵਿੱਚ ਇਹਦੀ ਸ਼ੁਰੂਆਤ ਕੀਤੀ ਗਈ ਸੀਗੀ ਤੇ ਇਹ ਲੋਕ ਭਲਾਈ ਕੰਮਾਂ ਲਈ ਬਣਾਈ ਗਈ ਆ। ਤੇ ਇਹਦੀ ਜਿਹੜੀ ਸ਼ੁਰੂਆਤ ਜਿਹੜੀ ਕੀਤੀ ਆ, ਜਿਹੜਾ ਇਹਦਾ ਬੀਜ ਬੀਜਿਆ ਉਹ ਸਰਦਾਰ ਬਲਦੇਵ ਸਿੰਘ ਜੀ ਨੇ ਬੀਜਿਆ ਤੇ ਉਹਨਾਂ ਨੂੰ ਦੇਖ ਕੇ ਹੀ, ਉਹਨਾਂ ਤੋਂ ਹੀ ਅਸੀਂ ਪ੍ਰੇਰਿਤ ਹੋ ਕੇ ਇਹ ਕੰਮ ਵੱਲ ਅੱਗੇ ਆਏ ਆ। ਅੱਛਾ ਜੀ। ਤੇ ਹੁਣ ਇਹ ਸੁਸਾਇਟੀ ਕਿਹੜੇ-ਕਿਹੜੇ ਕੰਮ ਕਰਦੀ ਹੈ? ਇਹ ਸੁਸਾਇਟੀ ਜਿੱਦਾਂ ਜੇ ਕਿਸੇ ਨੂੰ ਦਵਾਈ ਦੀ ਜ਼ਰੂਰਤ ਆ, ਮੈਡੀਕਲ ਪ੍ਰੋਬਲਮ ਵਿੱਚ ਹੈਲਪ ਕਰਦੀ ਆ। ਜੇ ਕਿਸੇ ਬੱਚੇ ਨੂੰ ਐਜੂਕੇਸ਼ਨ ਦੀ ਲੋੜ ਆ ਉਹਦੇ ਵਿੱਚ ਅਸੀਂ ਹੈਲਪ ਕਰਦੇ ਆ। ਜੇ ਕਿਸੇ ਨੇ ਆਰਟੀਫੀਸ਼ੀਅਲ ਲਿੰਬਸ ਵਗੈਰਾ ਲਗਾਉਣੇ ਉਹਨਾਂ ਦੀ ਜ਼ਰੂਰਤ ਆ ਉਹਦੇ ਵਿੱਚ ਹੈਲਪ ਕਰਦੀ ਆ। ਹੋਰ ਵੀ ਕਈ ਮਤਲਬ ਪਿੰਡ ਦੇ ਵਿੱਚ ਕਿਸੇ ਨੂੰ ਵੀ, ਉਹ ਭਾਵੇਂ ਬੱਚਾ ਹੋਵੇ, ਜਵਾਨ ਹੋਵੇ, ਬੁੱਢਾ ਹੋਵੇ, ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਵੀ ਕੋਈ ਜ਼ਰੂਰਤ ਪੈਂਦੀ ਆ ਤਾਂ ਉਹ ਤੁਸੀਂ ਪੂਰੀ ਕਰਦੇ ਹੋ। ਤੇ ਉਹ ਫਿਰ ਕਿਵੇਂ ਪੂਰੀ ਕੀਤੀ ਜਾਂਦੀ ਆ ਤੁਹਾਡੇ ਵੱਲੋਂ? ਸਾਡੇ ਕੋਲ ਉਹਨਾਂ ਜਿਨ੍ਹਾਂ ਨੂੰ ਪ੍ਰੋਬਲਮਸ ਹੁੰਦੀਆਂ, ਸਾਡੇ ਕੋਲ ਉਹਨਾਂ ਦੀ ਐਪਲੀਕੇਸ਼ਨਸ ਆਉਂਦੀਆਂ ਆ। ਫਿਰ ਅਸੀਂ ਉਹਦੇ ਤੇ ਦੇਖਦੇ ਹਾਂ ਜਿਹੜੀ ਵੈਲਿਡ ਐਪਲੀਕੇਸ਼ਨਸ ਆ, ਜਿਨ੍ਹਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਆ, ਪਹਿਲਾਂ ਅਸੀਂ ਉਹਨਾਂ ਨੂੰ ਪਹਿਲ ਦਿੰਦੇ ਹਾਂ। ਅੱਛਾ ਜੀ। ਹਾਂਜੀ, ਠੀਕ ਹੈ। ਹਾਂਜੀ, ਤੁਹਾਡਾ ਕੀ ਨਾਮ ਹੈ? ਮਨਪ੍ਰੀਤ ਕੌਰ। ਤੁਸੀਂ ਮੈਨੂੰ ਇਹ ਦੱਸੋ ਵੀ ਇਹ ਜਿਹੜੀ ਸੁਸਾਇਟੀ ਆ ਇਹ ਹੁਣ ਤੱਕ ਲੋਕਾਂ ਦੇ ਲਈ ਕਿੰਨੀ ਕੁ ਕਾਰਗਰ ਸਾਬਤ ਹੋਈ ਆ ਤੇ ਇਹ ਜਿਹੜੀ ਕਿੰਨੇ ਕੁ ਲੋਕਾਂ ਦੀ ਹੁਣ ਤੱਕ ਮਦਦ ਕਰ ਚੁੱਕੀ ਹੈ? ਅਸੀਂ ਬਹੁਤ ਸਾਰੇ ਲੋਕਾਂ ਦੀ ਮਦਦ ਕਰ ਚੁੱਕੇ ਹਾਂ ਤੇ ਜਿੱਦਾਂ ਕਿ ਅਸੀਂ ਹੁਣ ਤੱਕ 15-20 ਕੇਸਿਸ ਕਰ ਚੁੱਕੇ ਹਾਂ। ਕੁਛ ਐਜੂਕੇਸ਼ਨ ਰਿਲੇਟਿਡ ਤੇ ਕੁਛ ਮੈਡੀਕਲ ਟਰੀਟਮੈਂਟ ਕਰਾਉਣ ਦੇ ਵਿੱਚ ਅਸੀਂ ਹੈਲਪ ਕੀਤੀ ਹੋਈ ਆ ਤੇ ਹੋਰ ਵੀ ਅਸੀਂ ਅੱਗੇ ਕਰ ਰਹੇ ਹਾਂ ਤੇ ਅਸੀਂ ਚਾਹੁੰਦੇ ਹਾਂ ਕਿ ਇਸ ਟਰਸਟ ਨੂੰ ਅਸੀਂ ਵੱਧ ਤੋਂ ਵੱਧ ਅੱਗੇ ਪਹੁੰਚਾ ਸਕੀਏ ਤੇ ਆਪਣੇ ਪਿੰਡ ਦੇ ਹੈਲਪ ਕਰ ਸਕੀਏ। ਇਹ ਮੈਨੂੰ ਜਾਣ ਕੇ ਬਹੁਤ ਖੁਸ਼ੀ ਹੋਈ ਵੀ ਇਹ ਜਿਹੜੀਆਂ ਕੁੜੀਆਂ ਨੇ ਇੱਕ ਮਿਸਾਲ ਪੈਦਾ ਕਰ ਰਹੀਆਂ ਨੇ, ਇਹ ਮਿਲ ਕੇ ਟਰਸਟ ਚਲਾ ਰਹੀਆਂ ਨੇ। ਪਰ ਇੱਥੇ ਮੇਰੇ ਮਨ ਦੇ ਵਿੱਚ ਇੱਕ ਸਵਾਲ ਮਨਪ੍ਰੀਤ ਜੀ ਇਹ ਆਉਂਦਾ ਆ ਕਿ ਜਦੋਂ ਤੁਸੀਂ ਆਪਣੇ ਪਿੰਡੋਂ ਇੱਥੋਂ ਚਲੀਆਂ ਗਈਆਂ, ਜਦੋਂ ਤੁਸੀਂ ਵਿਆਹੀਆਂ ਗਈਆਂ ਤਾਂ ਫਿਰ ਅੱਗੋਂ ਇਸ ਟਰਸਟ ਨੂੰ ਕੌਣ ਸੰਭਾਲੂਗਾ? ਇਹਦੇ ਬਾਰੇ ਵੀ ਅਸੀਂ ਵਿਚਾਰ ਕੀਤੀ ਹੋਈ ਆ। ਜਿੱਦਾਂ ਕਿ ਹੁਣ ਸਾਨੂੰ ਮੌਕਾ ਦਿੱਤਾ ਗਿਆ ਆ, ਸਾਡੇ ਤੋਂ ਅੱਗੇ ਜਿਹੜੀ ਜਨਰੇਸ਼ਨ ਹੋਊਗੀ ਉਹਨਾਂ ਨੂੰ ਇਹ ਮੌਕਾ ਮਿਲੂਗਾ ਤੇ ਅਸੀਂ ਉਹਨਾਂ ਨੂੰ ਇਸ ਟਰਸਟ ਬਾਰੇ ਪੂਰੀ ਜਾਣਕਾਰੀ ਸਭ ਕੁਝ ਉਹਨਾਂ ਨੂੰ ਸੌਂਪ ਕੇ ਜਾਵਾਂਗੀਆਂ ਤਾਂ ਜੋ ਉਹ ਅੱਗੇ ਇਹ ਜੋ ਕਾਰਜ, ਚੰਗੇ ਕਾਰਜ ਨੇ, ਇਹ ਰੁਕਣ ਨਾ। ਇਹ ਬਹੁਤ ਚੰਗੀ ਗੱਲ ਤੁਸੀਂ ਕਹੀ ਵੀ ਅੱਗੋਂ ਤੁਸੀਂ ਹੋਰ ਕੁੜੀਆਂ ਨੂੰ ਵੀ ਮੌਕਾ ਦਿਓਗੇ ਔਰ ਮੈਨੂੰ ਲੱਗਦਾ ਕਿ ਇਹ ਜਿਹੜਾ ਫਿਰ ਕਾਫਲਾ ਆ ਇਹ ਅੱਗੋਂ ਕਦੇ ਵੀ ਨਹੀਂ ਰੁਕੂਗਾ। ਅੱਗੋਂ ਹੋਰ ਕੁੜੀਆਂ ਆਉਣਗੀਆਂ, ਹੋਰ ਜੁੜਨਗੀਆਂ। ਉਹੀ ਗੱਲ ਇੱਥੇ ਜਿਹੜੀ ਮਿਸਾਲ ਸਾਨੂੰ ਵੇਖਣ ਨੂੰ ਮਿਲੀ ਆ ਵੀ ਇੱਕ ਕੁੜੀ ਜਦੋਂ ਪੜ੍ਹ ਜਾਂਦੀ ਆ ਤਾਂ ਉਹ ਪੂਰਾ ਪਰਿਵਾਰ ਪੜ੍ਹਾ ਦਿੰਦੀ ਆ, ਉਹ ਹੋਰ ਔਰਤਾਂ ਦੇ, ਬੀਬੀਆਂ ਦੇ, ਭੈਣਾਂ ਦੇ ਪੜ੍ਹਨ ਦਾ ਇੱਕ ਕਾਰਨ ਬਣ ਜਾਂਦੀ ਆ। ਸੋ ਉਹੀ ਮਿਸਾਲ ਸਾਨੂੰ ਇੱਥੇ ਵੀ ਵੇਖਣ ਨੂੰ ਮਿਲੀ। ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਚੰਗਾ ਲੱਗਾ ਜੀ, ਬਹੁਤ ਬਹੁਤ ਸ਼ੁਕਰੀਆ।
ਇਸ ਪਿੰਡ ਦੇ ਵਿੱਚ ਜਿੱਥੇ ਸਾਰੀ ਤਰੱਕੀ ਹੋ ਰਹੀ ਹੈ, ਸਾਰਾ ਵਿਕਾਸ ਹੋ ਰਿਹਾ, ਜਿਹੜੀ ਜਿਹੜੀ ਚੀਜ਼ ਇੱਥੇ ਚਾਹੀਦੀ ਹੈ ਉਹ ਸਾਰੀਆਂ ਚੀਜ਼ਾਂ ਬਣਾ ਕੇ ਦਿੱਤੀਆਂ ਜਾ ਰਹੀਆਂ ਨੇ ਬਾਠ ਸਾਹਿਬ ਵੱਲੋਂ ਔਰ ਬਾਕੀ ਜਿੰਨੇ ਵੀ NRI ਪਰਿਵਾਰ ਨੇ ਉਹਨਾਂ ਦੇ ਯੋਗਦਾਨ ਦੇ ਨਾਲ। ਪਰ ਇੱਥੇ ਉਹ ਵੀ ਸਹੂਲਤਾਂ ਸਾਨੂੰ ਵੇਖਣ ਨੂੰ ਮਿਲੀਆਂ ਜਿਹੜੀ ਕਿ ਕਿਸੇ ਆਮ ਪਿੰਡ ਨੂੰ ਜ਼ਰੂਰਤ ਹੁੰਦੀ ਹੈ, ਪਰ ਉਹ ਪਿੰਡਾਂ ਦੇ ਵਿੱਚ ਹੁੰਦੀਆਂ ਨਹੀਂ ਆਮ ਤੌਰ ਤੇ। ਪਰ ਇੱਥੇ ਸਾਰੀਆਂ ਸਹੂਲਤਾਂ ਜਿਹੜੀਆਂ ਨੇ ਮੌਜੂਦ ਨੇ। ਸਾਨੂੰ ਇੱਥੇ ਇਹ ਵੀ ਦੱਸਿਆ ਗਿਆ, ਵੀ ਪਤਾ ਲੱਗਿਆ ਕਿ ਇੱਥੇ ਇੱਕ ਫਰੀਜ਼ਰ ਵੀ ਰਖਵਾਇਆ ਗਿਆ ਹੈ, ਜਿਹੜਾ ਕਿ ਜੇ ਕਿਸੇ ਬੰਦੇ ਦੀ ਮੌਤ ਹੋ ਜਾਂਦੀ ਹੈ, ਕੋਈ ਅਕਾਲ ਚਲਾਣਾ ਕਰ ਜਾਂਦਾ ਤਾਂ ਜਦੋਂ ਉਹਨੂੰ 2-3 ਦਿਨ ਕਿਤੇ ਰੱਖਣ ਦੀ ਲੋੜ ਪੈ ਜਾਵੇ ਤਾਂ ਜੇ ਉਹਨੂੰ ਸ਼ਹਿਰ ਜਾਣ ਦੀ ਲੋੜ ਨਾ ਪਵੇ, ਉਹ ਪਿੰਡ ਦੇ ਵਿੱਚ ਉਹਨੂੰ ਸਹੂਲਤ ਜਿਹੜੀ ਆ ਮਿਲ ਜਾਵੇ। ਤੇ ਇਸੇ ਪਿੰਡ ਦੇ ਲਈ ਨਹੀਂ, ਬਾਕੀ ਦੇ ਜਿਹੜੇ ਆਲੇ ਦੁਆਲੇ ਦੇ ਪਿੰਡ ਨੇ ਉਹਨਾਂ ਨੂੰ ਵੀ ਉਹ ਸਹੂਲਤ ਜਿਹੜੀ ਆ ਮੁਹੱਈਆ ਹੋਵੇ। ਸੋ ਸਾਡੇ ਨਾਲ ਬਾਬਾ ਜੀ ਨੇ, ਉਹ ਸਾਨੂੰ ਦੱਸਣਗੇ ਕਿ ਬਾਬਾ ਜੀ ਉਹ ਜਿਹੜਾ ਫਰੀਜ਼ਰ ਰਖਵਾਇਆ ਗਿਆ ਆ ਉਹ ਪਿੰਡ ਦੇ ਵਿੱਚ ਕਿੱਦਾਂ ਦੀ ਉਹਦੇ ਨਾਲ ਯੋਗਦਾਨ ਪੈ ਰਿਹਾ ਆ, ਕੀ ਤੁਹਾਨੂੰ ਉਹਦੇ ਨਾਲ ਸਹੂਲਤ ਹੋ ਰਹੀ ਹੈ? ਉਹ ਬਹੁਤ ਵਧੀਆ ਹੈ ਜੀ। ਹਾਂਜੀ, ਬਹੁਤ ਵਧੀਆ। ਉਹ ਜੋ ਕੋਈ ਔਖਾ ਵੇਲਾ ਹੁੰਦਾ ਉੱਥੇ ਰੱਖ। ਹਾਂਜੀ, ਉਹ ਸੇਵਾ ਕਿਹਨੇ ਕਰਾਈ ਆ ਤੇ ਫਿਰ ਕਿਵੇਂ ਪਿੰਡ ਵਾਸੀਆਂ ਦੇ ਹੁਣ ਉਹ ਕੰਮ ਆ ਰਿਹਾ? ਉਹ ਬਲਦੇਵ ਸਿੰਘ ਕਰਾਈ ਬਾਠ। ਹਾਂਜੀ, ਹੋਰ ਪਿੰਡ ਵਾਲੇ ਸਾਰੇ ਵਰਤਦੇ ਆ। ਹਾਂਜੀ, ਹਾਂਜੀ, ਮੈਂ ਰਵੰਤ ਸਿੰਘ ਬੋਲਦਾ ਜੀ, ਪਿੰਡ ਹਰਦੋਫਰਾਲਾ, ਮੈਂਬਰ ਪੰਚਾਇਤ। ਜਿਸ ਸਥਾਨ ਤੇ ਆਪਾਂ ਅੱਜ ਖੜੇ ਆ, ਬਾਬਾ ਦੇਸਰ ਜੀ ਦੇ ਸਥਾਨਾਂ ਤੇ ਖੜੇ ਆ। ਇੱਥੇ ਵਿਸਾਖੀ ਦਾ ਦਿਹਾੜਾ ਮਨਾਇਆ ਜਾਂਦਾ 13 ਅਪ੍ਰੈਲ ਨੂੰ। ਛਿੰਝ ਇੱਥੇ ਪੈਂਦੀਆਂ, ਕੁਸ਼ਤੀਆਂ ਹੁੰਦੀਆਂ ਇੱਥੇ। ਬਹੁਤ ਦੂਰਾਂ ਦੂਰਾਂ ਤੋਂ ਇੱਥੇ ਸੰਗਤਾਂ ਆਉਣੀਆਂ। ਜਿੰਨੇ ਵੀ ਲਾਗਲੇ ਪਿੰਡ ਆ ਉਹਨਾਂ ਸਾਰੇ ਪਿੰਡਾਂ ਤੋਂ ਇੱਥੇ ਲੋਕੀ ਆਉਂਦੇ ਆ। ਖਾਸ ਕਰਕੇ NRI ਵੀਰ ਜਿਹੜੇ ਆ ਉਹਨਾਂ ਦਾ ਬੜਾ ਤਕੜਾ ਯੋਗਦਾਨ ਆ, ਔਰ ਉਹਨਾਂ ਦੇ ਹੀ ਯੋਗਦਾਨ ਦੇ ਕਰਕੇ ਇਹ ਸਾਰਾ ਉਹਨਾਂ ਦੀ ਬੜੀ ਤਕੜੀ ਸਪੋਰਟ ਆ। ਤੇ ਇੱਥੇ ਕੁਸ਼ਤੀਆਂ ਦੇ ਜਿਹੜੇ ਅਖਾੜੇ ਉਹ ਕਰਵਾਏ ਜਾਂਦੇ ਆ, ਔਰ ਅਖੰਡ ਪਾਠਾਂ ਦੀ ਵੀ ਇੱਥੇ ਲੜੀ ਕਰਵਾਈ ਜਾਂਦੀ ਹੈ। ਅਸੀਂ ਆਪਣੇ ਪਿੰਡ ਵਿੱਚ ਰਹਿੰਦੇ ਆ, ਬਹੁਤ ਵਧੀਆ ਰਹਿ ਰਹੇ ਆ, ਆਪਣੀ ਮਿਹਨਤ ਕਰਦੇ ਆ, ਸਾਨੂੰ ਆਪਣੀ ਮਿਹਨਤ ਤੇ ਮਾਣ ਬਹੁਤ ਆ। ਤੇ ਇਦਾਂ ਹੀ ਸਾਡੇ ਜਿਹੜੇ ਭਾਜੀ ਬਲਦੇਵ ਆ, ਸਾਨੂੰ ਪਤਾ ਲੱਗਾ ਬਾਹਰ ਜਾ ਕੇ ਬਹੁਤ ਇਹ ਆਪਣੇ ਹੱਥੀਂ ਕੰਮ ਕਰਦੇ ਆ, ਫਾਰਮਾਂ 'ਚ ਆਪੇ ਹੀ ਕੰਮ ਕਰ ਲੈਂਦੇ ਆ। ਜੋ ਵੀ ਸਾਨੂੰ ਕਿਤੇ ਸਾਨੂੰ ਪਿੰਡ 'ਚ ਕਿਸੇ ਤਰ੍ਹਾਂ ਦੀ ਲੋੜ ਹੋਵੇ ਜਾਂ ਕਿਸੇ ਵੀ ਤਰ੍ਹਾਂ ਦੀ, ਇਹਨਾਂ ਨੂੰ ਮਾੜਾ ਜਿਹਾ ਵੀ ਅਸੀਂ ਕੋਈ ਮੈਸੇਜ ਦਿੰਨੇ ਆ ਤੇ ਸਾਡੀ ਉਸੇ ਵੇਲੇ ਲੋੜ ਪੂਰੀ ਹੋ ਜਾਂਦੀ ਹੈ, ਕਰ ਦਿੰਦੇ ਆ। ਹਾਂਜੀ, ਸਭ ਤੋਂ ਪਹਿਲਾਂ ਮੈਂ ਪ੍ਰਾਈਮ ਏਸ਼ੀਆ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਸਾਡੇ ਪਿੰਡ ਨਗਰ ਵਿੱਚ ਆ ਕੇ ਆਉਣ ਵਾਲੇ ਸਮੇਂ ਵਿੱਚ ਸਾਡੇ ਪਿੰਡ ਦਾ ਨਾਂ ਦੁਨੀਆ ਵਿੱਚ ਚਮਕਾਉਣ ਦੀ ਕੋਸ਼ਿਸ਼ ਕਰ ਰਹੇ ਆ। ਧੰਨ ਹੈ ਸਾਡੇ ਪਿੰਡ ਦੀ ਧਰਤੀ, ਜਿੱਥੇ ਕੱਲ੍ਹ ਸੂਰਬੀਰ ਯੋਧਿਆਂ ਨੇ ਸਾਡੇ ਪਿੰਡ ਵਿੱਚ ਦਰਸ਼ਨ ਪਾਏ। ਆਉਣ ਵਾਲੇ ਸਮੇਂ ਵਿੱਚ ਸਾਨੂੰ ਬਹੁਤ ਮਾਣ ਆ ਅੰਕਲ ਬਲਦੇਵ ਸਿੰਘ ਬਾਠ ਜੀ ਦਾ। ਸਾਡੀ ਪੰਚਾਇਤ ਬਣੀ ਨੂੰ 6 ਸਾਲ ਹੋ ਗਏ ਆ। ਤੇ ਜਦੋਂ ਅੰਕਲ ਜੀ ਦੀ ਪਹਿਲੀ ਮੁਲਾਕਾਤ ਸਾਡੇ ਨਾਲ ਹੋਈ ਸੀ ਤਾਂ ਉਹਨਾਂ ਨੇ ਉਸ ਟਾਈਮ ਕਹਿ ਦਿੱਤਾ ਸੀ ਵੀ ਅਸੀਂ ਤੇਰੇ ਨਾਲ ਖੜੇ ਹਾਂ, ਤੁਹਾਡੀ ਪੰਚਾਇਤ ਨਾਲ ਖੜੇ ਹਾਂ, ਸਾਡੇ ਤੋਂ ਜਿੰਨੇ ਵੀ ਕੰਮ ਤੁਸੀਂ ਡਿਵੈਲਪਮੈਂਟ ਦੇ ਕਰਾਉਣੇ ਆ ਕਰਾਓ। ਸਾਨੂੰ ਅੰਕਲ ਜੀ ਡੇਲੀ ਮਤਲਬ ਸੰਪਰਕ ਰੱਖਦੇ ਆ, ਠੀਕ ਹੈ ਵੀ ਆਹ ਕੰਮ ਕਰੋ, ਆਹ ਕੰਮ ਕਰੋ। ਤੇ ਬਾਕੀ ਜੋ ਇਹਨੇ ਸਕੂਲ ਦੀ ਡਿਵੈਲਪਮੈਂਟ, ਸਟੇਡੀਅਮ ਬਣਾਉਣੇ ਤੇ ਹੋਰ ਬੱਸ ਸਟੈਂਡ ਬਣਾਉਣੇ, ਹੋਰ ਬੱਚਿਆਂ ਦੀ ਪੜ੍ਹਾਈ ਦਾ ਹੈਲਪ ਕਰਨੀ, ਇਲਾਕੇ ਵਿੱਚ ਹੈਲਪ ਕਰਨੀ, ਆਲੇ ਦੁਆਲੇ ਪਿੰਡਾਂ ਵਿੱਚ ਸਕੂਲਾਂ ਵਿੱਚ ਜਾਣਾ, ਇਹ ਸਾਰੀਆਂ ਦੇਣਾ ਇੱਕ ਬਾਠ ਸਾਹਿਬ ਦੀਆਂ ਹਨ। ਮੈਨੂੰ ਦੁਨੀਆ ਪੁੱਛਦੀ ਆ ਵੀ ਬਾਠ ਸਾਹਿਬ ਜਦੋਂ ਆਉਂਦੇ ਆ ਸਾਡੇ ਨਾਲ ਸੰਪਰਕ ਜ਼ਰੂਰ ਕਰਾਉਣਾ। ਤੇ ਸਾਨੂੰ ਬਹੁਤ ਮਾਣ ਹੈ ਇਹਨਾਂ 'ਤੇ ਵੀ ਜਿੰਨੀ ਡਿਵੈਲਪਮੈਂਟ ਇਹਨਾਂ ਨੇ ਕੀਤੀ ਆ ਸ਼ਾਇਦ ਸਰਕਾਰ ਵੀ ਨਹੀਂ ਕਰ ਸਕਦੀ। ਇਹੋ ਜਿਹੇ ਇਨਸਾਨ ਸਾਡੀ ਪਿੰਡ ਆ ਕੇ ਸਾਨੂੰ ਹਮੇਸ਼ਾ ਇਹਨਾਂ ਨਾਲ ਮਾਣ ਕਰਦੇ ਆ। ਸਾਡਾ ਨਗਰ ਵੀ ਇਹਨਾਂ ਦਾ ਮਾਣ ਕਰਦਾ ਆ। ਥੈਂਕ ਯੂ। ਸਾਰੇ ਪਿੰਡ ਦੀ ਸੈਰ ਕਰਨ ਤੋਂ ਬਾਅਦ ਅਸੀਂ ਇੱਥੇ ਇੱਕ ਪਿੰਡ ਦਾ ਪੁਰਾਣਾ ਖੂਹ ਆ ਉੱਥੇ ਆ ਪਹੁੰਚੇ ਆ ਤੇ ਬਾਠ ਸਾਹਿਬ ਨੇ ਸਾਨੂੰ ਦੱਸਿਆ ਵੀ ਉਸ ਖੂਹ ਦੇ ਨਾਲ ਇਹਨਾਂ ਦੀ ਇੱਕ ਯਾਦ ਜੁੜੀ ਹੋਈ ਹੈ ਤੇ ਉਹ ਯਾਦ ਸੁਣ ਕੇ ਅਸੀਂ ਨਾਲ ਦੀ ਨਾਲ ਇਹਨਾਂ ਤੋਂ ਹੁਣ ਇਜਾਜ਼ਤ ਲੈ ਲੈਣੀ ਹੈ। ਸੋ ਬਾਠ ਸਾਹਿਬ, ਇਸ ਖੂਹ ਦੇ ਨਾਲ ਕਿਹੜੀ ਯਾਦ? ਮੈਂ ਸਭ ਤੋਂ ਪਹਿਲਾਂ ਜਦੋਂ 7ਵੀਂ ਕਲਾਸ ਵਿੱਚ ਸੀ ਉਦੋਂ ਇੱਥੇ ਪਹਿਲਾ ਇੰਜਣ ਲਾਇਆ ਜਿਹੜਾ ਕਿ ਥੱਲਿਓਂ ਪਾਣੀ ਕੱਢਦਾ, ਤੇ ਮੇਰੀਆਂ ਯਾਦਾਂ ਇਸ ਕਰਕੇ ਇਸ ਖੂਹ ਦੇ ਨਾਲ ਜੁੜੀਆਂ ਆ। ਅੱਜ ਮੌਕਾ ਮਿਲਿਆ ਤੁਹਾਡੇ ਨਾਲ ਬੈਠ ਕੇ ਖੂਹ ਨੂੰ ਫਿਰ ਨਮਸਤਕ ਕਰੀਏ ਤੇ ਬਹੁਤ ਵਧੀਆ ਲੱਗ ਰਿਹਾ ਆ, ਬਹੁਤ ਅੱਛਾ ਲੱਗ ਰਿਹਾ ਆ।
ਆਪਾਂ ਸਾਰੇ ਤੁਸੀਂ ਪਿੰਡ ਦੀ ਸੈਰ ਕੀਤੀ, ਪਿੰਡ ਦੇ ਲੋਕ ਜਿਹੜੇ ਨਾਗਰਿਕ ਅਸੀਂ ਜਿੱਥੇ ਵੀ ਗਏ ਆ, ਜਿਹੜੇ ਵੀ ਕਿਸੇ ਮੋੜ ਤੇ ਕਿਸੇ ਨੁੱਕਰ ਤੇ ਜਿਹੜਾ ਵੀ ਬੰਦਾ ਸਾਨੂੰ ਮਿਲਿਆ ਉਹਨਾਂ ਸਭ ਨੇ ਤੁਹਾਡੀ ਤਾਰੀਫ ਕੀਤੀ ਆ। ਸੋ ਉਹ ਵੇਖ ਕੇ ਹੀ ਪਤਾ ਲੱਗਦਾ ਵੀ ਹਾਂ ਸੱਚਮੁੱਚ ਪਿੰਡ ਦੇ ਵਿੱਚ ਜਿਹੜਾ ਕੰਮ ਹੋਇਆ ਆ, ਕਿਉਂਕਿ ਤਾਰੀਫ ਜਿਹੜੀ ਹੁੰਦੀ ਆ ਕਿਸੇ ਨੂੰ ਸਲਾਹਿਆ ਜਾਂਦਾ, ਉਹ ਬਿਨਾਂ ਕਿਸੇ ਕੰਮ ਤੋਂ ਨਹੀਂ ਸਲਾਹਿਆ ਜਾਂਦਾ, ਉਹਦੇ ਲਈ ਕੰਮ ਕਰਨਾ ਪੈਂਦਾ, ਮਿਹਨਤ ਕਰਨੀ ਪੈਂਦੀ ਆ। ਸੋ ਇਸ ਮਿਹਨਤ ਨੂੰ ਅਸੀਂ ਬਹੁਤ ਜ਼ਿਆਦਾ ਸਤਿਕਾਰ ਦਿੰਦੇ ਆ, ਸਲਾਮ ਕਰਦੇ ਆ। ਤੇ ਇਹਨਾਂ ਤੋਂ ਮੈਨੂੰ ਲੱਗਦਾ ਬਾਕੀਆਂ ਵੀ ਜਿਹੜੇ NRI ਸਾਡੇ ਭਰਾ ਨੇ ਉਹਨਾਂ ਨੂੰ ਵੀ ਇਹ ਸਿੱਖਣ ਦੀ ਲੋੜ ਆ ਕਿ ਉਹ ਵੀ ਆਪਣੇ ਪਿੰਡਾਂ ਦੇ ਵਿੱਚ ਜਾ ਕੇ ਜੇ ਇਸ ਤਰ੍ਹਾਂ ਤਰੱਕੀ ਕਰਨ ਤਾਂ ਹਰੇਕ ਪਿੰਡ ਹੀ ਜਿਹੜਾ ਸਵਰਗ ਬਣ ਸਕਦਾ, ਹਰ ਇੱਕ ਪਿੰਡ ਹੀ ਕੈਨੇਡਾ ਬਣ ਸਕਦਾ। ਤੁਸੀਂ ਇਸ ਬਾਰੇ ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਹੋ ਦਰਸ਼ਕਾਂ ਨੂੰ? ਮੈਂ ਇਹ ਕਹੂੰਗਾ ਕਿ ਸੁਭਾਅ ਹੁੰਦਾ ਆ, ਮੈਂ ਤਾਂ ਹਮੇਸ਼ਾ ਕਦੀ ਕੈਨੇਡਾ ਦੀ ਧਰਤੀ ਤੇ ਕਦੀ ਆਪਣੇ ਪੰਜਾਬ ਦੇ ਹਰਦੋ ਪਰੌਲਾ ਦੀ ਧਰਤੀ ਤੇ ਮਸਤੀ ਦੀ ਬਸਤੀ ਦੇ ਵਿੱਚ ਵਸਦੇ ਆ। ਆਵਣ ਦੁੱਖ ਤਕਲੀਫਾਂ ਤਾਂ ਵੀ ਹੱਸਦੇ ਆ, ਮੁਹੱਬਤਾਂ ਕਰੀਦੀਆਂ, ਮੁਹੱਬਤਾਂ ਵੰਡੀ ਦੀਆਂ, ਇਦੋਂ ਵਧੀਆ ਜੀਵਨ ਹੋ ਨਹੀਂ ਸਕਦਾ। ਜੀਵਨ ਇੱਕ ਕਰੀਦਾ। ਮੇਰਾ ਤਾਂ ਇਹੋ ਹੀ ਕਹਿਣਾ ਆ ਸਾਰਿਆਂ ਨੂੰ, ਪਿਆਰ ਕਰੋ, ਸਤਿਕਾਰ ਕਰੋ, ਆਪਣੇ ਆਪ ਖਜ਼ਾਨੇ ਭਰਪੂਰ ਹੋ ਜਾਓਗੇ ਜਦੋਂ ਤੁਸੀਂ ਅੰਦਰੋਂ ਸ਼ਾਂਤ ਹੋ ਗਏ। ਸੋ ਮੁਹੱਬਤਾਂ ਇਹ ਜਿਹੜੇ ਧਰਤੀ ਆ ਇਹ ਖਿੱਚ ਕੇ ਵਾਰ-ਵਾਰ ਇਹ ਲੈ ਕੇ ਆਉਂਦੀ ਆ ਕਿ ਇਹਦੇ ਨਾਲ ਲਗਾ ਆ। ਜਿੱਥੇ ਅਸੀਂ ਉੱਥੇ ਖੁਸ਼ਹਾਲੀਆਂ ਦੇਖ ਰਹੇ ਹਾਂ, ਉਹ ਖੁਸ਼ਹਾਲੀਆਂ ਇੱਥੇ ਵੀ ਸਾਡੇ ਨਾਲੋਂ, ਇਹਨਾਂ ਨਾਲ ਵੀ ਆਪਾਂ ਵੰਡ ਛਕੀਏ। ਸੋ ਇਹ ਚੱਲਦਾ ਰਹੂਗਾ ਸਿਲਸਿਲਾ ਤੇ ਇਵੇਂ ਮੇਲੇ ਗਿੱਲੇ ਹੁੰਦੇ ਰਹੂਗੇ। ਤੇ ਮੈਂ ਤੁਹਾਡਾ ਵੀ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਅੱਜ ਆਪਣਾ ਟਾਈਮ ਕੱਢ ਕੇ ਤੇ ਸਾਡੇ ਨਗਰ ਨਿਵਾਸੀਆਂ ਦੇ ਨਾਲ ਸਾਂਝ ਪਾਈ। ਤੁਸੀਂ ਦੇਖ ਰਹੇ ਆ ਕਿਵੇਂ ਖੁਸ਼ ਆ ਸਾਰੇ ਆਪਾਂ। ਇਹੀ ਆ ਕਿ ਦੂਸਰਿਆਂ ਨੂੰ ਜਿਹੜਾ ਪਿਆਰ ਕਰਨਾ ਉਹਦੇ ਨਾਲ ਹੀ ਜ਼ਿੰਦਗੀ ਆ। ਅਸੀਂ ਆਪਣੇ ਆਪ 'ਚ ਜੋ ਮਰਜ਼ੀ ਹੋ ਜਾਈਏ, ਹਲੀਮੀ, ਸਾਦਗੀ, ਮੁਹੱਬਤ, ਇਹ ਸਾਡੇ ਗੁਰੂਆਂ ਦਾ ਸੰਦੇਸ਼ ਆ। ਖਾਲ ਖਾਏ ਕੁਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ, ਕਿਰਤ ਕਰ, ਨਾਮ ਜਪ, ਵੰਡ ਛਕ। ਬੇਟੇ ਇਹੋ ਹੀ ਕੋਸ਼ਿਸ਼ ਕਰ ਰਹੇ ਆ, ਸਾਡੀ ਨਿਮਾਣੀ ਕੋਸ਼ਿਸ਼ ਆ। ਬਹੁਤ ਚੰਗਾ ਲੱਗਾ ਜੀ ਤੁਹਾਡੇ ਨਾਲ ਗੱਲਬਾਤ ਕਰਕੇ, ਤੁਹਾਡੇ ਪਿੰਡ ਦੀ ਸੈਰ ਕਰਕੇ। ਤੇ ਆਖਿਰ ਦੇ ਵਿੱਚ ਆਪਾਂ ਫਿਰ ਉਹੀ ਨਾਰਾ ਜ਼ਿੰਦਾਬਾਦ ਕਰੀਏ ਜੀ ਜਿਹੜਾ ਬੱਚਿਆਂ ਨੇ ਕੀਤਾ ਸੀ। ਕਿਹੜਾ ਨਾਰਾ ਸੀ ਜੀ? ਇਹ ਜਿਹੜਾ ਨਾਰਾ ਆ ਇਹ ਬਹੁਤ ਬੁਲੰਦ ਹੋ ਰਿਹਾ ਆ, ਦਿਨੋਂ ਦਿਨ ਇਹ ਤਾਕਤ ਫੜ ਰਿਹਾ ਆ। ਇਹ ਰਾਣਾ ਰਣਵੀਰ ਜੀ ਦਾ ਨਾਰਾ ਆ, ਉਹਨੇ ਸਾਨੂੰ ਦਿੱਤਾ ਤੇ ਅਸੀਂ ਇਹਨੂੰ ਵੰਡ ਰਹੇ ਆ। ਹਰੇਕ ਨਗਰ ਇੱਥੇ ਜਿਹੜੇ ਘੱਟੋ ਘੱਟ ਆਪਣੇ ਪਿੰਡ ਦੇ ਆਲੇ ਦੁਆਲੇ 7 ਪਿੰਡ ਆ। ਤੁਸੀਂ ਕਿਸੇ ਵੀ ਸਕੂਲੇ ਚਲ ਜਾਓ, ਬੱਚਿਆਂ ਨੂੰ ਸਿਰਫ ਇਹ ਕਹੋ, ਬੱਚਿਓ ਇੱਕ ਨਾਰਾ ਲਾਓ ਤੇ ਉਹਨੇ ਉਹ ਲਾਉਣਾ, ਜ਼ਿੰਦਗੀ ਜ਼ਿੰਦਾਬਾਦ। ਜ਼ਿੰਦਗੀ ਜ਼ਿੰਦਾਬਾਦ ਰਹੇਗੀ, ਦੁਨੀਆ ਸਦਾ ਆਬਾਦ ਰਹੇਗੀ। ਲਵ ਯੂ ਕਹਿੰਦੇ ਰਹਾਂਗੇ ਜਦ ਤੱਕ ਸਾਹ ਲੈਂਦੇ ਰਹਾਂਗੇ। ਇਸੇ ਨੋਟ ਤੇ ਹੁਣ ਅਸੀਂ ਵੀ ਪ੍ਰਾਈਮ ਰਿਪੋਰਟ ਨੂੰ ਹੁਣ ਇੱਥੇ ਹੀ ਵਿਰਾਮ ਦਿੰਨੇ ਆ ਜੀ। ਤੇ ਅਗਲੀ ਵਾਰ ਕਿਸੇ ਹੋਰ ਜਗ੍ਹਾ ਤੇ ਕਿਸੇ ਹੋਰ ਬੰਦੇ ਦੇ ਨਾਲ ਅਸੀਂ ਫਿਰ ਤੋਂ ਤੁਹਾਡੀ ਮੁਲਾਕਾਤ ਕਰਾਵਾਂਗੇ। ਤੇ ਇਹ ਜਿਹੜੀਆਂ ਚੀਜ਼ਾਂ ਨੇ ਜੋ ਸਾਨੂੰ ਪ੍ਰੇਰਣਾ ਦਿੰਦੀਆਂ ਨੇ ਉਹ ਤੁਹਾਡੇ ਰੂਬਰੂ ਕਰਦੇ ਰਹਾਂਗੇ। ਆਖਿਰ ਦੇ ਵਿੱਚ ਮੈਂ ਵੀ ਇਹੀ ਕਹਿਣੀ ਆ ਜੀ, ਜ਼ਿੰਦਗੀ ਜ਼ਿੰਦਾਬਾਦ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।